ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਫਿਰ ਤੋਂ 50 ਸਫਲਤਾ ਚੈਨਲ ਦੇ ਉੱਤੇ। ਅੱਜ ਆਪਣੀ ਕ੍ਰੈਸ਼ ਕੋਰਸ ਦੀ ਅਗਲੀ ਕਲਾਸ ਰਹੇਗੀ, ਜਿਸ ਦੇ ਵਿੱਚ ਆਪਾਂ ਹੋਰ ਪ੍ਰੀਵੀਅਸ ਈਅਰ ਕੁਐਸਚਨ ਦੇਖਾਂਗੇ ਜਿਹੜੇ ਪੇਪਰਾਂ ਵਿੱਚ ਆਏ ਹੋਏ ਨੇ ਅਤੇ ਜਿਨ੍ਹਾਂ ਦੀ ਸੰਭਾਵਨਾ ਬਹੁਤ ਜ਼ਿਆਦਾ ਦੁਬਾਰਾ ਆਉਣ ਦੀ। ਚਲੋ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਕੁਐਸਚਨ ਤੋਂ। ਅੱਜ ਦਾ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈ ਕ੍ਰੈਸ਼ ਕੋਰਸ ਦੇ ਵਿੱਚ। ਜਿਹੜਾ ਇਹ ਕ੍ਰੈਸ਼ ਕੋਰਸ ਹੈ ਇਹਦੇ ਵਿੱਚ ਪ੍ਰੀਵੀਅਸ ਈਅਰ ਕੁਐਸਚਨ ਕਰ ਰਹੇ ਹਾਂ, ਠੀਕ ਹੈ। ਇਹ ਜਿਹੜੇ ਇੰਪੋਰਟੈਂਟ ਕਿਸ ਵਾਸਤੇ ਨੇ, ਤੁਹਾਡੇ ਐਕਸਾਈਜ਼ ਦਾ ਪੇਪਰ ਜਿਹੜਾ ਐਕਸਾਈਜ਼ ਇੰਸਪੈਕਟਰ ਦਾ ਉਸ ਵਾਸਤੇ ਇੰਪੋਰਟੈਂਟ ਨੇ। PSSB ਦੇ ਕਲਰਕ ਹੋ ਗਏ, ਚਾਹੇ PSSB ਕਾਂਸਟੇਬਲ ਹੋ ਗਿਆ, ਠੀਕ ਹੈ। ਬਾਕੀ ਜਿੰਨੇ ਵੀ PSSB ਦੇ ਪੇਪਰ ਨੇ, ਚਾਹੇ JEE ਹੋ ਗਿਆ, ਜਿਹੜਾ ਮਰਜ਼ੀ ਪੇਪਰ ਹੋ ਗਿਆ, ਅਤੇ ਚਾਹੇ PPSC ਦਾ ਪੇਪਰ ਹੋ ਗਿਆ, ਸਾਰਿਆਂ ਵਾਸਤੇ ਜਿਹੜੇ ਲੈਕਚਰ ਨੇ ਇੰਪੋਰਟੈਂਟ ਨੇ, ਠੀਕ ਹੈ। ਚਲੋ ਸਟਾਰਟ ਕਰਦੇ ਹਾਂ ਆਪਣੇ ਸਭ ਤੋਂ ਪਹਿਲੇ ਕੁਐਸਚਨ ਤੋਂ। ਆਪਣਾ ਜਿਹੜਾ ਸਭ ਤੋਂ ਪਹਿਲਾ ਕੁਐਸਚਨ ਹੈ ਉਹ ਹੈਗਾ ਹੈ, ਵਟ ਇਜ਼ ਦ ਏਮ ਆਫ PM ਜਨਜਾਤੀय उन्नत ग्राम अभियान, ठीक है। ਜਿਹੜਾ PM ਜਨਜਾਤੀय उन्नत ग्राम अभियान है ना, ਇਹਦਾ ਏਮ ਕੀ ਹੈ, ਠੀਕ ਹੈ। ਇਹਦਾ ਕੀ ਹੈ ਏਮ? ਇਹਦਾ ਏਮ ਕੀ ਹੈ? ਇਨਹਾਂਸ ਸੋਸ਼ੋ ਇਕਨੋਮਿਕ ਕੰਡੀਸ਼ਨ ਆਫ ਟਰਾਈਬਲ ਕਮੇਟੀ। ਜਿਹੜੀ ਆਪਣੀ ਟਰਾਈਬਲ ਕਮੇਟੀ ਹੈ ਨਾ, ਆਦੀਵਾਸੀ ਜਿੱਥੇ ਆਦੀਵਾਸੀ ਰਹਿੰਦੇ ਨੇ, ਠੀਕ ਹੈ, ਉਹ ਟਰਾਈਬਲ ਕਮੇਟੀ ਹੁੰਦੀ ਹੈ। ਉਹਨਾਂ ਹੀ ਆਪਾਂ ਸੋਸ਼ਲ ਅਤੇ ਇਕਨੋਮਿਕ ਕੰਡੀਸ਼ਨ ਕੀ ਕਰਨੀ ਹੈ? ਵਧੀਆ ਕਰਨੀ ਹੈ। ਕਿਸ ਦੇ ਅੰਡਰ? ਇਹ ਸਕੀਮ ਦੇ ਅੰਦਰ। ਕਿਹੜੀ ਸਕੀਮ ਕੀ ਹੈ? PM ਜਨਜਾਤੀय उन्नत ग्राम अभियान, ठीक है। ये याद कर लियो, PM जनजातीय उन्नत ग्राम अभियान के अंडर आप कि सोशल तो इकनॉमिक कंडीशन ठीक करनी है ट्राइबल कमेटी की, PM जनजातीय उन्नत ग्राम अभियान के अंदर, ठीक है। चलो ये अपना पहला क्वेश्चन। चलो अगला क्वेश्चन है, वट वाज द थीम ऑफ वर्ल्ड एनवायरनमेंट डे 2024। जो वर्ल्ड एनवायरनमेंट डे होया सी ना 2024 ਇਹਦਾ ਏਮ ਕੀ ਸੀਗਾ? ਵਰਲਡ ਇਨਵਾਇਰਮੈਂਟ ਦੇ 2024 ਦਾ ਏਮ ਕੀ ਸੀਗਾ? ਇਹਦਾ ਏਮ ਸੀਗਾ ਅਵਰ ਲੈਂਡ ਅਵਰ ਫਿਊਚਰ, ਠੀਕ ਹੈ। ਅਵਰ ਲੈਂਡ ਅਵਰ ਫਿਊਚਰ। ਹੁਣ ਜਿਹੜਾ 2025 'ਚ ਹੋਇਆ ਨਾ ਵਰਲਡ ਇਨਵਾਇਰਮੈਂਟ ਡੇ 2025 ਦੇ ਵਿੱਚ, ਇਹਦਾ ਏਮ ਕੀ ਸੀਗਾ? ਜਿਹੜਾ 2025 ਦਾ ਵਰਲਡ ਇਨਵਾਇਰਮੈਂਟ ਡੇ ਹੋਇਆ ਨਾ, ਇਹਦਾ ਥੀਮ ਕੀ ਸੀਗਾ? ਇਹਦਾ ਥੀਮ ਕੀ ਸੀਗਾ ਆਪਣਾ 2024 ਵਾਲੇ ਦਾ? ਅਵਰ ਲੈਂਡ ਅਵਰ ਫਿਊਚਰ। ਜਿਹੜਾ 2025 'ਚ ਹੋਇਆ ਇਹਦਾ ਹੈਗਾ ਬੀਟ ਪਲਾਸਟਿਕ ਪੋਲਿਊਸ਼ਨ। ਕੀ ਹੈ? ਬੀਟ ਪਲਾਸਟਿਕ ਪੋਲਿਊਸ਼ਨ। ਬੀਟ ਪਲਾਸਟਿਕ ਪੋਲਿਊਸ਼ਨ ਕੀ ਦਾ ਏਮ ਹੈ? 2025 ਦਾ ਇਨਵਾਇਰਮੈਂਟ ਡੇ ਦਾ ਬੀਟ ਪਲਾਸਟਿਕ ਪੋਲਿਊਸ਼ਨ, ਠੀਕ ਹੈ। ਇਹ ਆਪਣਾ 2025 ਦੇ ਵਰਲਡ ਇਨਵਾਇਰਮੈਂਟ ਡੇ ਦਾ ਥੀਮ ਹੈ, ਠੀਕ ਹੈ। ਅਤੇ ਇੱਕ ਮੈਂ ਕੁਐਸਚਨ ਤੁਹਾਡੇ ਤੋਂ ਪੁੱਛਦਾ, ਵਰਲਡ ਇਨਵਾਇਰਮੈਂਟ ਡੇ ਬਣਾਉਂਦੇ ਕਦੋਂ ਆ? ਵਰਲਡ ਇਨਵਾਇਰਮੈਂਟ ਡੇ ਆਪਾਂ ਕਦੋਂ ਬਣਾਉਂਦੇ ਹਾਂ? ਵਰਲਡ ਇਨਵਾਇਰਮੈਂਟ ਡੇ ਕਦੋਂ ਬਣਾਉਂਦੇ? ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ, ਠੀਕ ਹੈ। ਵਰਲਡ ਇਨਵਾਇਰਮੈਂਟ ਡੇ ਕਦੋਂ ਬਣਾਉਂਦੇ ਤੁਸੀਂ ਕਮੈਂਟ ਕਰਕੇ ਦੱਸਿਓ। ਚਲੋ ਮੈਂ ਇੰਨਾ ਹਿੰਟ ਦੇ ਦੇਣਾ, ਜੂਨ 'ਚ ਬਣਾਉਂਦੇ ਹਾਂ। ਚਲੋ ਮੈਂ ਦੱਸ ਹੀ ਦਿੰਦਾ, ਤੁਸੀਂ ਕਮੈਂਟ ਕਰ ਦਿੱਤਾ ਹੁੰਦੇ 5 ਜੂਨ ਨੂੰ ਬਣਾਉਂਦੇ, ਠੀਕ ਹੈ। ਪਤਾ ਹੋਣਾ ਚਾਹੀਦਾ 5 ਜੂਨ ਨੂੰ ਬਣਾਉਂਦੇ ਵਰਲਡ ਇਨਵਾਇਰਮੈਂਟ ਡੇ। ਆਪਾਂ ਕਦੋਂ ਬਣਾਉਂਦੇ? 5 ਜੂਨ ਨੂੰ। ਅਤੇ 2025 ਦਾ ਥੀਮ ਕੀ ਹੈ? ਬੀਟ ਪਲਾਸਟਿਕ ਪੋਲਿਊਸ਼ਨ। ਚਲੋ ਅਗਲਾ ਕੁਐਸਚਨ ਕੀ ਹੈ? ਅਗਲਾ ਕੁਐਸਚਨ ਹੈ, ਵਿਚ ਸਟੇਟ ਟੌਪਡ ਇਨ ਨੀਤੀ ਆਯੋਗ SDG ਇੰਡੀਆ ਇੰਡੈਕਸ 23-24। ਜਿਹੜਾ SDG ਨੀਤੀ ਆਯੋਗ SDG ਕੀ ਹੈ? ਆਪਣੇ ਸਸਟੇਨੇਬਲ ਡਿਵੈਲਪਮੈਂਟ ਗੋਲਸ। ਜਿਹੜੇ ਆਪਣੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ, ਠੀਕ ਹੈ, ਉਸ ਦੇ ਅੰਦਰ ਇੰਡੀਆ ਦੇ ਵਿੱਚ ਟੌਪ ਕਿਹਨੇ ਕੀਤਾ? ਇੰਡੀਆ ਦੇ ਵਿੱਚ ਕਿਹੜੀ ਸਟੇਟਸ ਨੇ ਟੌਪ ਕੀਤਾ? ਕੇਰਲਾ, ਉੱਤਰਾਖੰਡ। ਕੇਰਲਾ ਨੇ ਉੱਤਰਾਖੰਡ ਨੇ ਟੌਪ ਕੀਤਾ SDG ਦੇ ਵਿੱਚ। ਇਹ ਵੀ ਇੰਪੋਰਟੈਂਟ ਹੈ। SDG ਫੁੱਲ ਫਾਰਮ ਕੀ ਹੈ? SDG ਫੁੱਲ ਫਾਰਮ ਕੀ ਹੈ? ਸੈਲਫ ਡਿਵੈਲਪਮੈਂਟ ਗੋਲਸ, ਜਿਹਦੇ ਵਿੱਚ ਕੇਰਲਾ ਅਤੇ ਉੱਤਰਾਖੰਡ ਨੇ ਕੀਤਾ ਟੌਪ ਕੀਤਾ। ਇਹ ਵੀ ਤੁਸੀਂ ਯਾਦ ਕਰ ਲਿਓ, ਠੀਕ ਹੈ। 2023-24 ਦੇ ਵਿੱਚ ਕਿਹਨੇ ਟੌਪ ਕੀਤਾ? ਕੇਰਲਾ ਅਤੇ ਉੱਤਰਾਖੰਡ ਨੇ। ਚਲੋ ਅੱਗੇ ਚੱਲਦੇ। ਅਗਲਾ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਮੈਟਰ ਹੈਜ਼ ਮੈਕਸੀਮਮ ਰਿਕਮੈਂਡਡ ਲੈਵਲ ਇਨ ਡਰਿੰਕਿੰਗ ਵਾਟਰ, ਠੀਕ ਹੈ। ਜਿਹੜਾ ਆਪਾਂ ਪਾਣੀ ਪੀਂਦੇ ਹਾਂ ਉਹਦੇ ਵਿੱਚ ਜੇ ਆਪਾਂ ਨੂੰ ਜਿਹੜਾ ਆਪਣਾ ਪੰਜਾਬ ਦੇ ਸਭ ਤੋਂ ਜ਼ਿਆਦਾ ਪਾਣੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਮੈਟਰ ਕਿਹੜਾ ਮਿਲਦਾ? ਆਪਾਂ ਨੂੰ ਮਿਲਦਾ ਕੈਡੀਅਮ ਮੈਟਰ ਸਭ ਤੋਂ ਜ਼ਿਆਦਾ ਮਿਲਦਾ ਆਪਾਂ ਨੂੰ, ਠੀਕ ਹੈ। ਕਿਹਦੇ ਵਿੱਚ? ਡਰਿੰਕਿੰਗ ਵਾਟਰ ਦੇ ਵਿੱਚ, ਜਿਹੜਾ ਪੰਜਾਬ ਦੇ ਵਿੱਚ। ਇਹਦੇ ਕਰਕੇ ਆਪਾਂ ਨੂੰ ਕੀ ਹੋ ਰਿਹਾ? ਇਹਦੇ ਕਰਕੇ ਆਪਾਂ ਨੂੰ ਕੈਂਸਰ ਬਹੁਤ ਜ਼ਿਆਦਾ ਹੋ ਰਿਹਾ। ਕੈਡੀਅਮ ਬਹੁਤ ਜ਼ਿਆਦਾ ਵੱਧ ਜੇ ਨਾ ਪਾਣੀ ਦੇ ਵਿੱਚ ਨਾ, ਕੈਂਸਰ ਹੋ ਜਾਂਦਾ। ਤਾਂ ਕੈਡੀਅਮ ਜਿਹੜਾ ਐਲੀਮੈਂਟ ਹੈ ਮੈਟਰ, ਇਹ ਬਹੁਤ ਜ਼ਿਆਦਾ ਹੈ ਕਿਹਦੇ ਵਿੱਚ? ਪੰਜਾਬ ਦੇ ਪਾਣੀ ਦੇ ਵਿੱਚ, ਡਰਿੰਕਿੰਗ ਵਾਟਰ ਦੇ ਵਿੱਚ, ਸਮਝ ਗਏ। ਚਲੋ ਇਹ ਕੁਐਸਚਨ ਸਾਰੇ ਨੋਟ ਕਰੀ ਚਾਹੀਓ, ਇਹਦੇ ਵਿੱਚ ਕੋਈ ਨਾ ਕੋਈ ਕੁਐਸਚਨ ਤੁਹਾਡੇ ਪੇਪਰ 'ਚ ਆ ਜਾਊਗਾ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ, ਵਿਚ ਕੰਟਰੀ ਟੌਪਡ ਇਨ ਗਲੋਬਲ ਜੈਂਡਰ ਗੈਪ ਇੰਡੈਕਸ 2024। ਗਲੋਬਲ ਜੈਂਡਰ ਗੈਪ ਇੰਡੈਕਸ 2024 ਦੇ ਵਿੱਚ ਕਿਹੜੀ ਸਟੇਟ ਨੇ ਟੌਪ ਕੀਤਾ? ਕਿਹੜੀ ਕੰਟਰੀ ਨੇ ਟੌਪ ਕੀਤਾ? ਅਤੇ ਇੱਕ ਚੀਜ਼ ਹੋਰ ਤੁਹਾਨੂੰ ਪਤਾ ਨਹੀਂ, ਵਰਲਡ ਜੈਂਡਰ ਗੈਪ ਇੰਡੈਕਸ ਇਹ ਰਿਲੀਜ਼ ਕੌਣ ਕਰਦਾ? ਇਹ ਰਿਲੀਜ਼ ਕਰਦਾ ਵਰਲਡ ਇਕਨੋਮਿਕ ਫੋਰਮ ਇਹਨੂੰ ਰਿਲੀਜ਼ ਕਰਦਾ। ਅਤੇ ਇਹਦੇ ਵਿੱਚ ਟੌਪ ਕਿਹਨੇ ਕੀਤਾ? ਇਹਨੇ ਟੌਪ ਕੀਤਾ ਕਿਹੜੀ ਕੰਟਰੀ ਨੇ? ਆਈਸਲੈਂਡ ਨੇ। ਆਈਸਲੈਂਡ ਇਹਦੇ ਵਿੱਚ ਟੌਪ ਕੀਤਾ। ਤੁਹਾਡਾ ਹੋਮਵਰਕ ਹੈਗਾ, ਕਮੈਂਟ ਕਰਕੇ ਦੱਸਿਓ ਇੰਡੀਆ ਦੀ ਰੈਂਕ 'ਚ ਕਿੰਨੀ ਹੈ, ਠੀਕ ਹੈ। ਚਲੋ ਅਗਲਾ ਹੈ, ਦ ਕਾਜ਼ ਆਫ ਇਮੀਡੀਏਟ precipitation
ਆਫ ਦਾ ਸਪੋਇਮਿਊਨਿਟੀ ਸਪੋਇਮਿਊਨਿਟੀ ਬੇਸਿਕ ਕਿਹਨੂੰ ਕਹਿੰਦੇ ਆਪਾਂ ਰਿਵੋਲਟ ਆਫ ਜਿਹੜਾ ਆਪਣਾ ਰਿਵੋਲਟ ਹੋਇਆ ਸੀ ਨਾ 1857 ਜਿਹੜਾ ਰਿਵੋਲਟ ਹੋਇਆ ਸੀ 1857 'ਚ ਉਹਨੂੰ ਆਪਾਂ ਸਪੋਇਮਿਊਟਨੀ ਦੇ ਨਾਮ ਤੋਂ ਜਾਣਦੇ ਹਾਂ। ਇਹਦਾ ਕੌਜ਼ ਕੀ ਸੀਗਾ, ਇਹਦਾ ਇਮੀਡੀਏਟ ਕੌਜ਼ ਕੀ ਸੀਗਾ ਯੂਜ਼ ਆਫ ਕਾਟੇਜ ਗਰੀਸ ਵਿਦ ਕਾਓ ਫੈਟ। ਠੀਕ ਹੈ, ਇਹ ਇਹਦਾ ਕੌਜ਼ ਸੀਗਾ ਇਮੀਡੀਏਟ ਕੌਜ਼ ਜਿਹਦੇ ਕਰਕੇ ਕੀ ਹੋਇਆ ਸੀ ਸਪੋਇਮਿਊਟਨੀ ਜਿਹੜੀ ਹੈਗੀ ਰੋਟ ਆਊਟ 1857 ਹੋਇਆ ਸੀਗਾ। ਇਹ 'ਚ ਕੀ ਕਰਦੇ ਸੀ ਜਿਹੜੀ ਆਪਣੀ ਬੰਦੂਕਾਂ ਸੀਗੀਆਂ ਨਾ ਬੰਦੂਕਾਂ ਯੂਜ਼ ਕਰਦੇ ਸੀ ਉਹਦੇ ਜਿਹੜਾ ਕਾਓ ਹੈ ਨਾ ਕਾਓ ਦਾ ਜਿਹੜਾ ਫੈਟ ਹੈ ਉਹ ਯੂਜ਼ ਕਰਦੇ ਸੀਗੇ। ਜਿਹੜੀ ਕਾਓ ਹੈ ਨਾ ਉਹ ਹੈ ਨਾ ਹਿੰਦੂ ਰਿਲੀਜਨ ਦੇ ਵਿੱਚ ਬਹੁਤ ਕੀ ਮੰਨੀ ਜਾਂਦੀ ਹੈ, ਬਹੁਤ ਉੱਪਰ ਮੰਨੀ ਜਾਂਦੀ, ਬਹੁਤ ਰਿਲੀਜੀਅਸ 'ਚ ਮੰਨੀ ਜਾਂਦੀ, ਉਹਨੂੰ ਮਾਰਦੇ ਨਹੀਂ ਹੁੰਦੇ। ਪਰ ਇਹ ਕਾਓ ਦਾ ਫੈਟ ਕੀ ਯੂਜ਼ ਕਰ ਰਹੇ ਸੀਗੇ ਜਿਹੜੀ ਇਹਨਾਂ ਬੰਦੂਕਾਂ ਦੇ ਵਿੱਚ, ਤਾਂ ਕਰਕੇ ਇਹ ਸੀਗੀ ਸਪੋਇਮਿਊਟਨੀ ਦਾ ਇੱਕ ਕੌਜ਼। ਠੀਕ ਹੈ, ਮੇਨ ਕੌਜ਼ ਸੀਗਾ। ਸਮਝ ਗਏ ਜੀ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗੇ 20th ਏਸ਼ੀਅਨ ਗੇਮ ਕਿੱਥੇ ਹੋਣਗੇ। 20th ਏਸ਼ੀਅਨ ਗੇਮ ਕਿੱਥੇ ਹੋਣਗੇ 2026 'ਚ ਹੋਣਗੇ। ਠੀਕ ਹੈ, ਅਗਲੇ ਸਾਲ ਹੋਣਗੇ 2026 ਦੇ ਵਿੱਚ 20th ਏਸ਼ੀਅਨ ਗੇਮ ਕਿੱਥੇ ਹੋਣਗੀਆਂ ਨਾਗਾਓਗਾ ਦੇ ਵਿੱਚ ਹੋਣਗੀਆਂ। ਨਾਗਾਓਗਾ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਨਾਗਾਓਗਾ ਦੇ ਵਿੱਚ ਹੋਣਗੀਆਂ ਆਪਣੀਆਂ ਨਾਗਾਓਗਾ ਦੇ ਵਿੱਚ ਕੀ ਹੋਣਗੀਆਂ ਆਪਣੀਆਂ 2026 ਦੇ ਵਿੱਚ ਏਸ਼ੀਅਨ 20th ਏਸ਼ੀਅਨ ਗੇਮ। ਇਹ ਵੀ ਤੁਹਾਨੂੰ ਯਾਦ ਕਰਨਾ 20th ਹੋਣਗੇ ਜਿਹੜੇ 2026 ਦੇ ਵਿੱਚ। ਇਹ ਵੀ ਇੰਪੋਰਟੈਂਟ ਇਹਨੂੰ ਵੀ ਨੋਟ ਕਰ ਲਿਓ। ਠੀਕ ਹੈ, 2014 ਦੇ ਵਿੱਚ ਇੱਕ ਫਿਲਮ ਆਈ ਸੀਗੀ ਜਿਹਨੇ ਇਹਦੇ ਡਾਇਰੈਕਟਰ ਵੀ ਯਾਦ ਕਰਨੇ। ਡਾਇਰੈਕਟਰ ਕੌਣ ਸੀ? ਵਿਸ਼ਾਲ ਭਾਰਦਵਾਜ ਇਹਦੇ ਡਾਇਰੈਕਟਰ ਸੀਗੇ। ਠੀਕ ਹੈ, ਸਾਰੇ ਇੰਪੋਰਟੈਂਟ ਪੁਆਇੰਟ ਨੋਟ ਕਰਦੇ ਆ ਜੀ। ਵਿਸ਼ਾਲ ਭਾਰਦਵਾਜ ਜਿਹੜੇ ਡਾਇਰੈਕਟਰ ਸੀਗੇ। ਜਿਹੜੀ ਇਹ ਫਿਲਮ ਹੈ ਕਿਤੇ ਬੇਸਡ ਹੈ, ਇਹ ਸ਼ੇਕਸਪੀਅਰ ਦੀ ਇੱਕ ਨਾ ਬੁੱਕ, ਸ਼ੇਕਸਪੀਅਰ ਦੀ ਇੱਕ ਰਾਈਟਿੰਗ ਹੈ ਹੈਮਲੇਟ ਸ਼ੇਕਸਪੀਅਰ ਦੀ ਇੱਕ ਰਾਈਟਿੰਗ ਹੈ ਉਹ 'ਤੇ ਬੇਸ ਹੈ। ਤਾਂ ਉਹ ਮੂਵੀ ਦਾ ਨਾਮ ਕੀ ਹੈ ਜਿਹੜੀ ਹੈਮਲੇਟ ਸ਼ੇਕਸਪੀਅਰ ਦੀ ਇੱਕ ਰਾਈਟਿੰਗ ਹੈ ਉਸ 'ਤੇ ਬੇਸ ਹੈ ਹਾਈਦਰ। ਠੀਕ ਹੈ, ਹਾਈਦਰ 2014 'ਚ ਆਈ ਸੀਗੀ ਅਤੇ ਇਹਨੂੰ ਡਾਇਰੈਕਟ ਕਿਹਨੇ ਕੀਤਾ ਸੀਗਾ? ਵਿਸ਼ਾਲ ਭਾਰਦਵਾਜ ਨੇ। ਠੀਕ ਹੈ, ਹੈਲਮੇਟ ਜਿਹੜੀ ਸ਼ੇਕਸਪੀਅਰ ਦੀ ਇੱਕ ਰਾਈਟਿੰਗ ਹੈ ਹੈਲਮੇਟ ਉਹਦੇ ਉੱਤੇ ਹੈਮਲੇਟ ਉਹਦੇ ਉੱਤੇ ਬੇਸ ਹੈ ਹਾਈਦਰ। ਠੀਕ ਹੈ, ਚਲੋ ਹੁਣ ਚੱਲਦੇ ਆਪਾਂ ਅਗਲੇ ਕੁਐਸਚਨ 'ਤੇ। ਅਗਲਾ ਕੁਐਸਚਨ ਹੈ ਸਕੂਲ ਔਰ ਮੀਲ ਜਿਹੜਾ ਹੈਗਾ ਇਹ ਕਿਹੜੀ ਸਟੇਟ ਦਾ ਇਨੀਸ਼ੀਏਟਿਵ ਹੈ? ਇਹ ਹੈਗਾ ਮਨੀਪੁਰ ਦਾ। ਇਸ ਦੇ ਵਿੱਚ ਕੀ ਕਰਦੇ ਨੇ, ਇਸ ਦੇ ਵਿੱਚ ਕੀ ਆਉਂਦੀ ਰਿਫਿਊਜੀ ਕੈਂਪ ਨੇ ਨਾ ਮਨੀਪੁਰ ਦੇ ਵਿੱਚ ਬਹੁਤ ਜ਼ਿਆਦਾ ਰਿਫਿਊਜੀ ਕੈਂਪ ਨੇ ਅਤੇ ਬਹੁਤ ਜ਼ਿਆਦਾ ਟਰਾਈਬਲ ਏਰੀਆ ਨੇ ਜਿਹੜੇ ਬੱਚੇ ਸਕੂਲ ਨਹੀਂ ਆ ਪਾਉਂਦੇ। ਠੀਕ ਹੈ, ਤਾਂ ਇੱਕ ਨਾ ਬੱਸ ਜਾਂਦੀ ਹੈ ਸਪੈਸ਼ਲ, ਇੱਕ ਬੱਸ ਜਾਂਦੀ ਹੈ ਇਸ ਇਨੀਸ਼ੀਏਟਿਵ ਦੇ ਵਿੱਚ। ਅਤੇ ਜਿਹੜੇ ਆਪਣੇ ਟਰਾਈਬਲ ਹਾਊਸਿਸ ਨੇ ਨਾ ਜਿਹੜੇ ਆਪਾਂ ਟਰਾਈਬਲ ਹਾਊਸਿਸ ਨੇ ਜਾਂ ਟਰਾਈਬਲ ਜਿੱਥੇ ਬੰਦੇ ਆ ਨਹੀਂ ਪਾ ਰਹੇ ਸਕੂਲ 'ਚ, ਇਹ ਬੱਸ ਜਾ ਕੇ ਉਹਨਾਂ ਦੇ ਘਰੇ ਆ ਕੇ ਪੜ੍ਹਾ ਕੇ ਆਉਂਦੀ ਹੈ। ਠੀਕ ਹੈ, ਉਹਨਾਂ ਦੇ ਘਰੇ ਆ ਕੇ ਸਕੂਲ ਔਨ ਵੀਲ ਦੇ ਵਿੱਚ। ਇਹ ਕੀ ਜਿਹੜਾ ਇਨੀਸ਼ੀਏਟਿਵ ਮਨੀਪੁਰ ਦਾ ਇਨੀਸ਼ੀਏਟਿਵ ਹੈ। ਠੀਕ ਹੈ, ਹੁਣ ਇੱਕ ਆਪਣੀ ਵਟ ਇਜ਼ ਦਾ ਮੇਨ ਪਰਪਸ ਆਫ ਸਾਰਥੀ 2.0 ਐਪ। ਸਾਰਥੀ 2.0 ਇੱਕ ਐਪ ਹੈ, ਇਹ ਕਿਹਨੇ ਲਾਂਚ ਕੀਤੀ ਇਹ ਵੀ ਪਤਾ ਹੋਣਾ ਚਾਹੀਦਾ। ਸਾਰਥੀ ਐਪ ਕਿਹਨੇ ਲਾਂਚ ਕੀਤੀ? ਸੇਬੀ ਨੇ। ਠੀਕ ਹੈ, ਸੇਬੀ ਨੇ ਲਾਂਚ ਕੀਤੀ ਹੈ ਸਾਰਥੀ 2.0 ਆਪਣੀ ਐਪ। ਠੀਕ ਹੈ, ਇਹਦਾ ਮੇਨ ਪਰਪਸ ਕੀ ਹੈ? ਇਹਦਾ ਮੇਨ ਪਰਪਸ ਹੈਗਾ ਸਿੰਪਲੀਫਾਈ ਕੰਪਲੈਕਸ ਫਾਈਨੈਂਸ਼ੀਅਲ ਕੰਸੈਪਟ। ਕਿਹਦਾ ਮੇਨ ਪਰਪਸ ਹੈ? ਆਪਣਾ ਸਾਰਥੀ 2.0 ਦਾ। ਠੀਕ ਹੈ, ਵੀ ਜਿਹੜੇ ਆਪਣੇ ਫਾਈਨੈਂਸ਼ੀਅਲ ਕੰਸੈਪਟ ਨੇ ਨਾ, ਜਿਵੇਂ ਤੁਹਾਨੂੰ ਪਤਾ ਨਹੀਂ ਲੱਗਦਾ ਹੋਊਗਾ ਵੀ ਇੰਡੈਕਸ ਉੱਪਰ ਵਗ ਗਿਆ ਇੰਡੈਕਸ ਨੀਚੇ ਵਗ ਗਿਆ, ਇਹ ਕੀ ਮਤਲਬ ਹੁੰਦਾ? ਠੀਕ ਹੈ, ਅਤੇ ਇਹ ਰੈਪੋ ਰੇਟ ਵਗੈਰਾ ਇਹ ਕੀ ਹੁੰਦਾ? ਇਹ ਤਾਂ ਕਰਕੇ ਸੇਬੀ ਨੇ ਬਣਾਈ ਹੈ ਵੀ ਇਹ ਜਿਹੜੀ ਫਾਈਨੈਂਸ਼ੀਅਲ ਕੰਸੈਪਟ ਹੈ ਇਹਨਾਂ ਨੂੰ ਆਪਾਂ ਈਜ਼ੀਲੀ ਸਮਝਾ ਪਾਈਏ ਆਮ ਜਨਤਾ ਨੂੰ। ਸਾਰਥੀ 2.0 ਐਪ ਸਿੰਪਲੀਫਾਈ ਕੰਪਲੈਕਸ ਫਾਈਨੈਂਸ਼ੀਅਲ ਕੰਸੈਪਟ। ਠੀਕ ਹੈ, ਜਿਹੜੇ ਕੰਪਲੈਕਸ ਫਾਈਨੈਂਸ਼ੀਅਲ ਕੰਸੈਪਟ ਉਹਨੂੰ ਸਿੰਪਲੀਫਾਈ ਕਰਨ ਵਾਸਤੇ ਇਹ ਕ੍ਰੈਡਿਟ ਰੇਸ਼ੋ ਕੀ ਹੁੰਦੀ ਹੈ, ਇਹ ਸਭ ਕੀ ਹੁੰਦਾ? ਠੀਕ ਹੈ, ਇਹ ਸਾਰਿਆਂ ਨੂੰ ਸਿੰਪਲੀਫਾਈ ਕਰਨ ਵਾਸਤੇ ਇਹਨਾਂ ਨੇ ਬਣਾਈ ਹੈ ਸਾਰਥੀ 2.0 ਐਪ। ਠੀਕ ਹੈ, ਚਲੋ ਅਗਲਾ ਕੁਐਸਚਨ ਹੈ ਗੁਰਦੁਆਰਾ ਮੱਲ ਅੱਖਰ ਸਾਹਿਬ ਇਹ ਕਿਸ ਦੀ ਫੈਮਿਲੀ ਇਜ਼ ਨੋਨ ਫॉर ਫੈਮਿਲੀ ਹੋਮ ਆਫ ਕਿਸ ਦੀ ਫੈਮਿਲੀ ਹੋਮ ਨੋਨ ਕਰਦੇ ਹੈ? ਕਿਸ ਦੀ ਫੈਮਿਲੀ ਹੋਮ ਹੈ ਇਹ? ਕਿਹੜੇ ਗੁਰਦੁਆਰਾ ਮੱਲ ਅੱਖਰ ਸਾਹਿਬ? ਇਹ ਗੁਰੂ ਅੰਗਦ ਦੇਵ ਜੀ ਦੀ ਯਾਦ 'ਚ ਬਣਾਇਆ ਹੋਇਆ ਇੱਥੇ ਫੈਮਿਲੀ ਹੋਮ ਗੁਰੂ ਅੰਗਦ ਦੇਵ ਜੀ ਦੀ ਯਾਦ 'ਚ ਬਣਿਆ ਹੋਇਆ ਗੁਰਦੁਆਰਾ ਮੱਲ ਅੱਖਰ ਸਾਹਿਬ। ਠੀਕ ਹੈ, ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਬੈਟਲ ਆਫ ਖਿੰਦਾਰਨ। ਠੀਕ ਹੈ, ਬੈਟਲ ਆਫ ਖਿੰਦਾਰਨ ਕਿਹਨੇ ਲੜੀ ਸੀਗੀ ਅਤੇ ਕਿਹਦੇ ਖਿਲਾਫ ਲੜੀ ਸੀਗੀ? ਇਹ ਦੱਸੋ। ਬੈਟਲ ਆਫ ਖਿੰਦਾਰਨ ਕਿਹਨੇ ਲੜੀ ਸੀ ਅਤੇ ਕਿਹਦੇ ਖਿਲਾਫ ਲੜੀ ਸੀਗੀ? ਬੈਟਲ ਆਫ ਖਿੰਦਾਰਨ ਕਿਹਨੇ ਲੜੀ ਸੀ ਅਤੇ ਕਿਹਦੇ ਖਿਲਾਫ ਲੜੀ ਸੀਗੀ? ਇਹ ਦੱਸੋ। ਇਹ ਲੜੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਲੜੀ ਸੀਗੀ। ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਲੜੀ ਸੀਗੀ। ਡੇਟ ਵੀ ਇਹਦੀ ਯਾਦ ਕਰ ਲਿਓ, ਇੰਪੋਰਟੈਂਟ ਹੈ। 1705 ਦੇ ਵਿੱਚ ਲੜੀ ਸੀਗੀ ਬੈਟਲ ਆਫ ਖਿੰਦਾਰਨ। ਠੀਕ ਹੈ, ਜਿਹੜੀ ਇੰਪੋਰਟੈਂਟ ਚੀਜ਼ਾਂ ਲਿਖਾ ਰਹੇ ਇੰਪੋਰਟੈਂਟ ਹੈ। 1705 ਦੇ ਵਿੱਚ ਲੜੀ ਸੀਗੀ। ਇਹਦੇ ਵਿੱਚ ਕੀ ਸੀਗੀ 40 ਸਿੱਖ ਗਰੁੱਪ ਗੁਰੂ ਗੋਬਿੰਦ ਸਿੰਘ ਦੇ 40 ਖਾਲਸਾ ਸੀਗੇ। ਠੀਕ ਹੈ, 40 ਖਾਲਸਾ ਸੀਗੇ ਅਤੇ ਮਾਈ ਭਾਗੋ ਵੀ ਸੀ ਇਹਦੇ ਵਿੱਚ। ਮਾਈ ਭਾਗੋ ਜੀ ਲੀਡ ਕਰ ਰਹੇ ਸੀਗੇ। ਮਾਈ ਭਾਗੋ ਲੀਡ ਕਰ ਰਹੇ ਸੀ ਅਤੇ ਹੋਰ ਕੌਣ ਲੀਡ ਕਰ ਰਹੇ ਸੀਗੇ? ਮਾਈ ਭਾਗੋ ਜੀ ਅਤੇ ਮਹਾਨ ਸਿੰਘ। ਠੀਕ ਹੈ, ਇਹ ਲੀਡ ਕਰ ਰਹੇ ਸੀ। 40 ਬੰਦੇ ਹੋਰ ਸਿੱਖ ਗਰੁੱਪ ਸੀਗਾ।
ਇਹ ਲੀਡ ਕਰ ਰਹੇ ਸੀਗੇ ਮੁਗਲ ਇੱਕ ਮੁਗਲ ਦੀ ਬਹੁਤ ਵੱਡੇ ਇੰਪਾਇਰ ਦੇ ਖਿਲਾਫ, ਠੀਕ ਹੈ। ਬਹੁਤ ਵੱਡੀ ਕੀ ਸੀ, ਇੱਕ ਮੁਗਲ ਦੀ ਇੰਪਾਇਰ ਸੀਗੀ। ਅਤੇ ਜਿਹੜਾ ਆਪਣਾ ਸਿੱਖ ਇੰਪਾਇਰ ਸੀਗਾ ਉਹ ਜਿੱਤ ਗਿਆ ਸੀ। ਸਿਰਫ 40 ਬੰਦਿਆਂ ਨੇ ਐਡੀ ਵੱਡੀ ਜਿਹੜੀ ਮੁਗਲ ਦੀ ਉਹ ਸੀਗੀ ਉਹਨਾਂ ਨੂੰ ਹਰਾਤਾ ਸੀਗਾ। ਕਿਸ ਦੇ ਵਿੱਚ? ਬੈਟਲ ਆਫ ਖਿੰਦਾਰਨ ਦੇ ਵਿੱਚ। ਕਦੋਂ ਹੋਈ ਸੀ? 1705 ਦੇ ਵਿੱਚ, ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ ਕਿਹਨ ਸੀਗੇ? ਗੁਰੂ ਗੋਬਿੰਦ ਸਿੰਘ ਜੀ ਕਿੰਨਾ ਵਿੱਚ ਹੋਈ ਸੀ? ਮੁਗਲ ਦੇ ਵਿੱਚ ਹੋਈ ਸੀਗੀ ਇਹ ਬੈਟਲ। ਸਮਝ ਗਏ ਜੀ? ਚਲੋ ਇਹ ਇੰਪੋਰਟੈਂਟ ਸੀਗੀ, ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਲੜਾਈਆਂ ਲੜੀਆਂ ਨੇ ਇਹ ਵੀ ਦੇਖ ਲੈਣਾ, ਕੋਈ ਨਹੀਂ। ਹੁਣ ਆਪਾਂ ਵੈਸੇ ਤਾਂ ਆਪਾਂ ਇਹ ਰਿਵੀਜ਼ਨ ਪਰਪਸ ਵਾਸਤੇ ਕਰ ਰਹੇ, ਚਲੋ ਕੋਈ ਨਹੀਂ, ਇੱਕ ਵਾਰੀ ਫੇਰ ਵੀ ਦੇਖ ਲਓ, ਇਹ ਅੱਗੇ ਵੀ ਆ ਜਾਏਗਾ ਇੱਕ ਵਾਰੀ ਕੋਈ ਕੁਐਸਚਨ। ਗੁਰੂ ਗੋਬਿੰਦ ਸਿੰਘ ਨੇ ਅਪਰੋਕਸੀਮੇਟਲੀ 14 ਤੋਂ 21 ਲੜਾਈਆਂ ਲੜੀਆਂ ਸੀਗੀਆਂ, ਤਾਂ ਇਹਦਾ ਐਗਜ਼ੈਕਟ ਵੈਲਿਊ ਤਾਂ ਪਤਾ ਨਹੀਂ। ਤਾਂ ਹੁਣ ਆਪਾਂ ਨੂੰ ਬਸ ਹੁਣ ਇਹ ਯਾਦ ਕਰਨੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਜਿਹੜੀਆਂ ਇੰਪੋਰਟੈਂਟ ਲੜਾਈਆਂ ਨੇ ਉਹ ਕਿਹੜੀਆਂ ਨੇ। ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਪਹਿਲੀ ਲੜਾਈ ਹੈਗੀ ਹੈ, ਮੈਂ ਇੱਥੇ ਛੋਟਾ ਕਰਕੇ ਲਿਖ ਰਿਹਾ, ਬੈਟਲ ਆਫ ਭੰਗੀ। ਬੈਟਲ ਆਫ ਭੰਗੀ ਲੜੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ 1688 ਦੇ ਵਿੱਚ। ਇਹ ਸਭ ਤੋਂ ਪਹਿਲੀ ਲੜਾਈ ਸੀ ਗੁਰੂ ਗੋਬਿੰਦ ਸਿੰਘ ਜੀ ਲੜੀ ਸੀ, ਬੈਟਲ ਆਫ ਭੰਗੀ, ਠੀਕ ਹੈ। ਫਸਟ ਬੈਟਲ। ਇਹ ਉਸ ਤੋਂ ਬਾਅਦ ਜਿਹੜੀ ਅਗਲੀ ਬੈਟਲ ਸੀਗੀ ਉਹ ਲੜੀ ਸੀ ਬੈਟਲ ਆਫ ਨਾਦੂਨ। ਇਹ ਵੀ ਨਾਦੂਨ ਇਹ ਕਦੋਂ ਸੀ? 1690 ਦੇ ਵਿੱਚ, ਠੀਕ ਹੈ, 1690 ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਬੈਟਲ ਲੜੀ ਸੀ ਉਹ ਸੀ ਬੈਟਲ ਆਫ ਅਨੰਦਪੁਰ ਸਾਹਿਬ। ਬੈਟਲ ਆਫ ਅਨੰਦਪੁਰ ਸਾਹਿਬ ਇਹ ਕਦੋਂ ਲੜੀ ਸੀ? 1700 ਦੇ ਵਿੱਚ, ਬੈਟਲ ਆਫ ਅਨੰਦਪੁਰ ਸਾਹਿਬ, ਠੀਕ ਹੈ। ਉਸ ਤੋਂ ਬਾਅਦ ਲੜੀ ਸੀ ਬੈਟਲ ਆਫ ਚਮਕੌਰ। ਬੈਟਲ ਆਫ ਚਮਕੌਰ ਕਦੋਂ ਲੜੀ ਸੀਗੀ? ਬੈਟਲ ਆਫ ਚਮਕੌਰ ਲੜੀ ਸੀ 1703 ਦੇ ਵਿੱਚ। ਉਸ ਤੋਂ ਬਾਅਦ ਲੜੀ ਹੈ ਬੈਟਲ ਆਫ ਮੁਕਤਸਰ ਸਾਹਿਬ, ਇਹ ਕਦੋਂ ਲੜੀ? 1704। ਅਤੇ ਉਸ ਤੋਂ ਬਾਅਦ ਬੈਟਲ ਆਫ ਖਿਦਾਰ। ਹੋਰ ਵੀ ਬਹੁਤ ਬੈਟਲਾਂ ਲੜੀਆਂ ਨੇ, ਪਰ ਇਹ ਇੰਪੋਰਟੈਂਟ ਹੈ ਜਿਹੜੀ ਯਾਦ ਕਰਨੀ ਹੈ। ਭੰਗੀ, ਬੈਟਲ ਆਫ ਭੰਗੀ, ਨਾਡੋਨ, ਅੱਗੇ ਹੈਗੇ ਅਨੰਦਪੁਰ ਸਾਹਿਬ, ਉਸ ਤੋਂ ਬਾਅਦ ਹੈਗੀ ਹੈ ਚਮਕੌਰ ਸਾਹਿਬ, ਉਸ ਤੋਂ ਬਾਅਦ ਹੈਗੇ ਮੁਕਤਸਰ, ਠੀਕ ਹੈ। ਇਹ 5 ਜਿਹੜੀਆਂ ਬੈਟਲਾਂ ਨੇ, ਇਹ ਜਿਹੜੀਆਂ 6 ਬੈਟਲਾਂ ਨੇ ਇੰਪੋਰਟੈਂਟ ਨੇ, ਇਹ ਯਾਦ ਕਰ ਲਿਓ ਗੁਰੂ ਗੋਬਿੰਦ ਸਿੰਘ ਜੀ ਦੀਆਂ, ਠੀਕ ਹੈ। ਇਹ ਅੱਗੇ ਵੀ ਕੁਐਸਚਨ ਆਉਣਗੇ, ਉਹ ਤੋਂ ਦੇਖ ਲਾਂਗੇ, ਠੀਕ ਹੈ। ਇਨ ਵਿਚ ਈਅਰ ਆਨੰਦ ਮੈਰਿਜ ਐਕਟ ਪਾਸ ਬਾਈ ਬ੍ਰਿਟਿਸ਼ਰ। ਬ੍ਰਿਟਿਸ਼ਰ ਨੇ ਆਨੰਦ ਮੈਰਿਜ ਐਕਟ ਤੋਂ ਪਾਸ ਕਰਤਾ ਸੀ 1909 ਦੇ ਵਿੱਚ। 1909 ਦੇ ਵਿੱਚ ਬ੍ਰਿਟਿਸ਼ਰ ਨੇ ਕੀ ਪਾਸ ਕਰਤਾ ਸੀਗਾ? ਆਨੰਦ ਮੈਰਿਜ ਐਕਟ। ਆਨੰਦ ਮੈਰਿਜ ਐਕਟ ਮਤਲਬ ਜਿਹੜੇ ਆਪਾਂ ਆਨੰਦ ਕਾਰਜ ਕਰਾਉਂਦੇ ਹਾਂ ਨਾ, ਬ੍ਰਿਟਿਸ਼ਰ ਪਹਿਲਾਂ ਇਹਨੂੰ ਮੰਨਦੇ ਨਹੀਂ ਸੀਗੇ ਵੀ ਉਹਨਾਂ ਮੈਰਿਜ ਹੋ ਜਾਂਦੀ ਹੈ, ਠੀਕ ਹੈ। ਪਰ ਇਹ 1909 ਦੇ ਵਿੱਚ ਇਹ ਐਕਟ ਕੀ ਕਰਤਾ ਸੀ? ਪਾਸ ਕਰਤਾ ਸੀ ਵੀ ਇਹ ਲੀਗਲੀ ਮੈਰਿਜ ਮੰਨੀ ਜਾਊਗੀ ਜੇ ਆਪਾਂ ਆਨੰਦ ਕਾਰਜ ਕਰਾਂਗੇ, ਠੀਕ ਹੈ। 1909 ਦੇ ਵਿੱਚ ਬ੍ਰਿਟਿਸ਼ਰ ਨੇ ਪਾਸ ਕਰਤਾ ਸੀਗਾ, ਅਤੇ 2012 ਦੇ ਵਿੱਚ ਇਹਨੂੰ ਅਮੈਂਡ ਕੀਤਾ ਸੀਗਾ ਸਰਕਾਰ ਨੇ, 2012 ਦੇ ਵਿੱਚ, ਠੀਕ ਹੈ, ਆਨੰਦ ਮੈਰਿਜ ਐਕਟ ਨੂੰ, ਠੀਕ ਹੈ। ਇਹਨੂੰ ਆਪਾਂ ਐਂ ਕਰਕੇ ਯਾਦ ਕਰ ਸਕਦੇ ਹਾਂ ਵੀ ਪਹਿਲਾਂ ਨੋ ਕਰ ਰਹੇ ਸੀ ਆਨੰਦ ਮੈਰਿਜ ਨੂੰ, ਹੁਣ ਯੈਸ ਕਰਨ ਲੱਗੇ, ਠੀਕ ਹੈ। ਐਵੇਂ ਕਰਕੇ ਯਾਦ ਕਰ ਲਾਂਗੇ, ਨੋ ਕਰ ਰਹੇ ਸੀ, ਹੁਣ ਯੈਸ ਕਰਨ ਲੱਗੇ ਆਨੰਦ ਮੈਰਿਜ ਦੇ ਐਕਟ, ਆਨੰਦ ਮੈਰਿਜ ਨੂੰ, ਠੀਕ ਹੈ। ਚਲੋ ਸੁਲਤਾਨ ਰਜ਼ੀਆ ਬੁੱਕ ਕਿਹਨੇ ਲਿਖੀ ਹੈ? ਸੁਲਤਾਨ ਰਜ਼ੀਆ ਬੁੱਕ ਲਿਖੀ ਹੈ ਬਲਵੰਤ ਗਾਰਗੀ ਨੇ, ਠੀਕ ਹੈ। ਇਹਦਾ ਕੋਈ ਹੈ ਨਹੀਂ, ਇਹਦਾ ਕੁਝ ਦੱਸਣ ਵਾਲਾ, ਇਹਨੂੰ ਯਾਦ ਹੀ ਕਰ ਲਿਓ। ਸੁਲਤਾਨ ਰਜ਼ੀਆ ਜਿਹੜੀ ਬੁੱਕ ਹੈ ਕਿਹਨੇ ਲਿਖੀ ਹੈ? ਬਲਵੰਤ ਗਾਰਗੀ ਨੇ। ਚਲੋ ਇਹਦੇ ਵਿੱਚ ਐਂ ਦੱਸ ਦੇਣਾ, ਸੁਲਤਾਨ ਰਜ਼ੀਆ ਸੀ ਨਾ, ਇਹ ਪਹਿਲੀ ਮੁਸਲਿਮ ਕੀ ਸੀਗੀ? ਪਹਿਲੀ ਵੂਮੈਨ ਮੁਸਲਿਮ ਕੀ ਸੀਗੀ? ਲੀਡਰ ਸੀਗੀ, ਠੀਕ ਹੈ। ਪਹਿਲੀ ਵੂਮੈਨ ਮੁਸਲਿਮ ਕੀ ਸੀਗੀ? ਸੁਲਤਾਨ ਸੀਗੀ। ਕੌਣ? ਸੁਲਤਾਨ ਰਜ਼ੀਆ। ਪਹਿਲੀ ਤੇ ਆਖਰੀ ਇਹੀ ਸੀ ਸੁਲਤਾਨ ਰਜ਼ੀਆ, ਠੀਕ ਹੈ। ਇਹ ਪਹਿਲੀ ਤੇ ਆਖਰੀ ਵੂਮੈਨ ਕੀ ਸੀਗੀ? ਵੂਮੈਨ ਸੁਲਤਾਨ ਸੀਗੀ ਕਿਹਦੀ? ਦਿੱਲੀ ਸਲਤਨਤ ਦੀ, ਸੁਲਤਾਨ ਰਜ਼ੀਆ, ਪਹਿਲੀ ਤੇ ਆਖਰੀ, ਠੀਕ ਹੈ। ਇਸ ਤੋਂ ਬਾਅਦ ਕੋਈ ਵੂਮੈਨ ਸੁਲਤਾਨ ਨਹੀਂ ਆਈ ਸੀ, ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਵਟ ਆ ਟੈਂਪਰੇਰੀ ਸਟੋਰੇਜ ਏਰੀਆ। ਇੱਕ ਟੈਂਪਰੇਰੀ ਸਟੋਰੇਜ ਏਰੀਆ ਹੁੰਦਾ ਯੂਜ਼ ਟੂ ਹੋਲਡ ਇਨਫੋਰਮੇਸ਼ਨ ਡੈਟ ਇਜ਼ ਬੀਨ ਟ੍ਰਾਂਸਫਰ ਫਰੋਮ ਵਨ ਪ੍ਰੋਗਰਾਮ ਟੂ ਅਨਦਰ ਕੋਲਡ, ਠੀਕ ਹੈ। ਇੱਕ ਪ੍ਰੋਗਰਾਮ ਤੋਂ ਅਗਰ ਅਨਦਰ ਪ੍ਰੋਗਰਾਮ ਦੇ ਵਿੱਚ ਟੈਂਪਰੇਰੀ ਸਟੋਰੇਜ ਏਰੀਆ ਹੁੰਦਾ, ਠੀਕ ਹੈ। ਇਹ ਕੀ ਕਰਦਾ? ਇਨਫੋਰਮੇਸ਼ਨ ਹੋਲਡ ਕਰਕੇ ਰੱਖਦਾ, ਜਿਹੜਾ ਕੀ ਕਰਦਾ ਇੱਕ ਪ੍ਰੋਗਰਾਮ ਤੋਂ ਅਗਲੇ ਪ੍ਰੋਗਰਾਮ ਤੋਂ ਕੀ ਕਰਦਾ? ਟ੍ਰਾਂਸਫਰ ਕਰਦਾ। ਉਹਨੂੰ ਆਪਾਂ ਕੀ ਕਹਿੰਦੇ ਹਾਂ? ਕਲਿੱਪਬੋਰਡ, ਠੀਕ ਹੈ, ਕਲਿੱਪਬੋਰਡ ਕਹਿੰਦੇ ਹਾਂ। ਇਹ ਥੋੜ੍ਹਾ ਕੰਪਿਊਟਰ ਦਾ ਕੁਐਸਚਨ ਆ ਗਿਆ ਇੱਕ, ਕੋਈ ਨਹੀਂ, ਆਪਾਂ ਕੰਪਿਊਟਰ ਜਦ ਲੈਕਚਰ ਸਟਾਰਟ ਕਰਾਂਗੇ ਉਹਦੇ ਵਿੱਚ ਵੀ ਆਪਾਂ ਦੁਬਾਰਾ ਦੇਖ ਲਾਂਗੇ ਇਹਨੂੰ, ਤਾਂ ਇੱਕ ਵਾਰੀ ਇਹਨੂੰ ਛੱਡ ਵੀ ਸਕਦੇ ਹੋ। ਚਲੋ ਕੋਈ ਨਹੀਂ, ਪਤਾ ਲੱਗ ਗਿਆ ਤਾਂ ਠੀਕ ਹੈ। ਅਗਲਾ ਕੁਐਸਚਨ ਹੈ ਵਟ ਆਰ ਦਾ ਨਿਊ ਰੂਟ ਪੈਟਰੋਲਿੰਗ ਵਹੀਕਲਸ ਇੰਟਰੋਡਿਊਸ ਕੀਤੇ ਨੇ NHAI ਨੇ, ਠੀਕ ਹੈ। ਪੈਟਰੋਲਿੰਗ ਵਹੀਕਲਸ ਮਤਲਬ ਸੜਕ ਦੇ ਉੱਤੇ ਚੱਲਿਆ ਕਰਨਗੇ ਅਤੇ ਦੇਖਿਆ ਕਰਾਂਗੇ ਵੀ ਇੱਥੇ ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਕੋਈ ਆਪਿਤਾ ਵਗੈਰਾ ਤਾਂ ਨਹੀਂ ਹੈਗੀ, ਅਤੇ ਪੈਟਰੋਲਿੰਗ ਕਰਿਆ ਕਰਾਂਗੇ ਵੀ ਕੋਈ ਸਪੀਡ ਤੋਂ ਜ਼ਿਆਦਾ ਤਾਂ ਨਹੀਂ ਜਾ ਰਿਹਾ, ਠੀਕ ਹੈ। ਤਾਂ ਇਹ ਕਿਹਨੇ ਕੀਤੇ ਨੇ? NHAI ਨੇ। ਇਹਦਾ ਨਾਮ ਕੀ ਹੈ ਪੈਟਰੋਲਿੰਗ ਵਹੀਕਲਸ ਦਾ? ਇਹਦਾ ਨਾਮ ਹੈਗਾ ਰਾਜਮਾਰਗ ਸਾਥੀ, ਠੀਕ ਹੈ, ਰਾਜਮਾਰਗ ਸਾਥੀ, ਠੀਕ ਹੈ। ਮਾਰਗ ਹੈ, ਰਾਜਾ ਦਾ ਮਾਰਗ ਹੈ, ਉਹ 'ਤੇ ਸਾਥੀ ਜਾ ਰਿਹਾ ਆਪਣੇ ਨਾਲ, ਵੀ ਕੁਛ ਹੋ ਤਾਂ ਨਹੀਂ ਗਿਆ ਆਪਾਂ ਨੂੰ, ਠੀਕ ਹੈ। ਸਪੀਡ ਦੇ ਅੰਦਰ ਨੇ, ਰਾਜਮਾਰਗ ਸਾਥੀ, ਠੀਕ ਹੈ। ਅਗਲਾ ਕੁਐਸਚਨ ਹੈਗਾ ਵਿਚ ਫੀਲਡ ਆਫ ਇਨੋਵੇਸ਼ਨ ਇਜ਼ ਪ੍ਰਾਇਮਰੀ ਫੋਕਸ ਆਫ ਸਮਾਰਟ ਇੰਡੀਆ ਹੈਕਾਥੌਨ। ਸਮਾਰਟ ਇੰਡੀਆ ਹੈਕਾਥੌਨ ਹੋਈ ਸੀਗੀ, ਠੀਕ ਹੈ। ਉਹਦਾ ਪ੍ਰਾਇਮਰੀ ਫੋਕਸ ਕਿਹਦੇ ਵਾਸਤੇ ਸੀਗਾ? ਸਮਾਰਟ ਇੰਡੀਆ ਜਿਹੜੀ ਹੈਕਾਥੌਨ ਹੋਈ ਸੀਗੀ ਉਹਦਾ ਪ੍ਰਾਇਮਰੀ ਫੋਕਸ ਸੀਗਾ
ਟੈਕਨੋਲੋਜੀਕਲ ਐਂਡ ਪ੍ਰੋਬਲਮ ਸੋਲਵਿੰਗ। ਟੈਕਨੋਲੋਜੀਕਲ ਐਂਡ ਪ੍ਰੋਬਲਮ ਸੋਲਵਿੰਗ ਸੀਗਾ ਇਹਦਾ ਮੇਨ ਫੋਕਸ ਸੀਗਾ ਸਮਾਰਟ ਇੰਡੀਆ ਹੈਕਾਥੌਨ ਦਾ। ਠੀਕ ਹੈ, ਸਮਝ ਗਏ? ਤਾਂ ਇਹ ਸੀਗਾ ਕੁਐਸਚਨ। ਚਲੋ ਅੱਗੇ ਅਗਲਾ ਕੁਐਸਚਨ ਹੈਗਾ ਹੂ ਅਮੰਗ ਦਾ ਫਾਰਮਰ ਪ੍ਰਾਈਮ ਮਿਨਿਸਟਰ, ਜਿਹੜਾ ਉਹ ਕੌਣ ਹੈ ਜਿਹੜਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਹੈਗਾ ਪਲੱਸ ਉਹਨੇ ਐਜ਼ ਅ ਗਵਰਨਰ ਆਫ ਰਿਜ਼ਰਵ ਬੈਂਕ ਆਫ ਇੰਡੀਆ ਵੀ ਕੀ ਕੀਤਾ, ਸਰਵ ਕੀਤਾ। ਠੀਕ ਹੈ, ਐਜ਼ ਅ ਪ੍ਰਾਈਮ ਮਿਨਿਸਟਰ ਵੀ ਸਰਵ ਕੀਤਾ, ਐਜ਼ ਅ ਗਵਰਨਰ ਆਫ ਰਿਜ਼ਰਵ ਬੈਂਕ ਆਫ ਇੰਡੀਆ ਵੀ ਸਰਵ ਕੀਤਾ। ਕੌਣ ਨੇ ਇਹ, ਜਿਨ੍ਹਾਂ ਦੀ ਹੁਣ ਡੈਥ ਵੀ ਹੋਈ ਹੈ ਤਾਂ ਕਰਕੇ ਇੰਪੋਰਟੈਂਟ ਸੀਗੇ? ਡਾਕਟਰ ਮਨਮੋਹਨ ਸਿੰਘ ਜੀ ਨੇ, ਜਿਹੜੇ ਪ੍ਰਾਈਮ ਮਿਨਿਸਟਰ ਵੀ ਰਹੇ ਨੇ ਅਤੇ ਗਵਰਨਰ ਵੀ ਰਹੇ ਨੇ ਕਿਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ। ਠੀਕ ਹੈ, ਅਗਲਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਵਟ ਰੈਂਕ ਡਿਡ ਇੰਡੀਆ ਅਚੀਵ। ਇੰਡੀਆ ਇੱਕ ਰੈਂਕ ਦੱਸੋ ਟਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਦੇ ਵਿੱਚ। ਟਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ 2024 'ਚ ਰਿਪੋਰਟ ਆਈ ਸੀਗੀ, ਉਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਸੀਗਾ? 39th ਰੈਂਕ ਸੀਗਾ। 39th ਰੈਂਕ ਸੀਗਾ ਟਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਇੰਡੀਆ ਦਾ। ਸਮਝ ਗਏ? ਅਗਲਾ ਕੁਐਸਚਨ ਹੈ ਹੂ ਇਜ਼ ਚੇਅਰਪਰਸਨ ਆਫ MPC। MPC ਮਤਲਬ ਮੋਨੇਟਰੀ ਪੋਲਿਸੀ ਕਮੇਟੀ। ਮੋਨੇਟਰੀ ਪੋਲਿਸੀ ਕਮੇਟੀ ਕੀ ਡਿਸਾਈਡ ਕਰਦੀ ਹੁੰਦੀ ਹੈ ਵੀ ਜਿਹੜਾ ਬੈਂਕ ਇੰਟਰਸਟ ਕਿੰਨੇ ਰੇਟ 'ਤੇ ਦੇਗਾ ਅਤੇ ਬੈਂਕ ਕੋਲ ਕਿੰਨਾ ਕੈਸ਼ ਹੋਣਾ ਚਾਹੀਦਾ। ਇਹ ਤੁਸੀਂ ਇਕਨੋਮਿਕ ਦੇ ਵਿੱਚ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ। ਠੀਕ ਹੈ, ਬੈਂਕ ਆਪਣੇ ਨੂੰ ਇੰਟਰਸਟ ਕਿੰਨੇ ਰੇਟ 'ਤੇ ਦੇਗਾ ਸਾਰਾ ਕੁਝ ਕੌਣ ਕੰਟਰੋਲ ਕਰਦੀ ਹੁੰਦੀ ਹੈ? ਮੋਨੇਟਰੀ ਪੋਲਿਸੀ ਕੰਟਰੋਲ ਕਰਦੀ ਹੁੰਦੀ ਹੈ। ਠੀਕ ਹੈ, ਅਤੇ ਬੈਂਕ ਦੇ ਉੱਤੇ ਨਜ਼ਰ ਰੱਖਦੀ ਹੁੰਦੀ ਹੈ ਵੀ ਬੈਂਕ ਕੁਛ ਖਰਾਬ ਤਾਂ ਨਹੀਂ ਕਰ ਰਿਹਾ। ਠੀਕ ਹੈ, ਅਤੇ ਬੈਂਕ ਦੇ ਉੱਤੇ ਨਜ਼ਰ ਵੀ ਰੱਖਦੀ ਅਤੇ ਪਲੱਸ ਇਨਫਲੇਸ਼ਨ ਜਿਹੜੀ ਮਹਿੰਗਾਈ ਹੈ, ਮਹਿੰਗਾਈ ਨੂੰ ਵੀ ਕੰਟਰੋਲ ਕਰਨ 'ਚ ਹੈਲਪ ਕਰਦੀ ਹੈ MPC ਮੋਨੇਟਰੀ ਪੋਲਿਸੀ ਕਮੇਟੀ। ਠੀਕ ਹੈ, ਇਹਦਾ ਚੇਅਰਪਰਸਨ ਕੌਣ ਹੁੰਦਾ? ਇਹਦਾ ਚੇਅਰਪਰਸਨ ਹੁੰਦਾ ਗਵਰਨਰ ਆਫ RBI। ਜਿਹੜਾ RBI ਦਾ ਗਵਰਨਰ ਹੁੰਦਾ ਉਹੀ ਇਹਦਾ ਚੇਅਰਪਰਸਨ ਹੁੰਦਾ ਹੈ। ਠੀਕ ਹੈ, ਚਲੋ ਅਗਲਾ ਕੁਐਸਚਨ ਹੈਗਾ ਐਜ਼ ਪਰ 2024 ਇੰਡੀਆ ਦੀ ਰੈਂਕ ਇੰਡੀਆ ਦੀ ਗਲੋਬਲ ਰੈਂਕ ਦੱਸੋ ਇਨ ਸਮਾਰਟਫੋਨ ਐਕਸਪੋਰਟ। ਐਜ਼ ਪਰ 2024 ਵਟ ਇਜ਼ ਦਾ ਇੰਡੀਆਸ ਗਲੋਬਲ ਰੈਂਕ ਇਨ ਸਮਾਰਟਫੋਨ ਐਕਸਪੋਰਟ। ਸਮਾਰਟਫੋਨ ਐਕਸਪੋਰਟ ਦੇ ਵਿੱਚ ਇੰਡੀਆ ਦੀ ਰੈਂਕ ਕਿੰਨੀ ਵੀ ਸੀਗੀ? ਤੀਸਰੀ ਰੈਂਕ ਹੈ। ਠੀਕ ਹੈ, ਇਹ ਕੁਐਸਚਨ ਈਜ਼ੀ ਹੈ, ਇਹਨੂੰ ਤੁਸੀਂ ਯਾਦ ਕਰ ਲਿਓ ਵੀ ਬਾਹਰ ਕਿੰਨੇ ਸਮਾਰਟਫੋਨ ਭੇਜ ਰਹੇ ਆ, ਉਸ ਦੇ ਵਿੱਚ ਇੰਡੀਆ ਦੀ ਰੈਂਕ ਕਿੰਨੀ ਹੈ? ਤੀਸਰੀ ਹੈ। ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਤੀਰਥੰਕਰ ਕੀ ਹੁੰਦੇ? ਟੀਚਰਸ। ਠੀਕ ਹੈ, ਗੁਰੂ ਬਣ ਸਕਦੇ। ਠੀਕ ਹੈ, ਜਿਵੇਂ ਆਪਣੇ ਗੁਰੂ ਹੁੰਦੇ ਨੇ ਐਵੇਂ ਜੈਨਿਜ਼ਮ ਦੇ ਵਿੱਚ ਕੀ ਹੁੰਦਾ? ਤੀਰਥੰਕਰ ਹੁੰਦੇ। ਤਾਂ 24th ਤੀਰਥੰਕਰ ਕੌਣ ਹੈ ਜੈਨਿਜ਼ਮ ਦੇ ਵਿੱਚ? ਉਹ ਹੈਗੇ ਨੇ ਮਹਾਵੀਰ ਜੀ ਨੇ। ਠੀਕ ਹੈ, ਅਤੇ ਪਹਿਲੇ ਕਿਹੜੇ ਸੀਗੇ? ਪਹਿਲੇ ਸੀਗੇ ਰਿਸ਼ਵ ਦੇਵ ਸੀਗੇ ਪਹਿਲੇ ਤੀਰਥੰਕਰ। ਠੀਕ ਹੈ, 23rd ਵੀ ਪਤਾ ਹੋਣੇ ਚਾਹੀਦੇ ਨੇ, ਇੱਕ ਵਾਰ 23rd ਵੀ ਕਈ ਵਾਰ ਪੁੱਛ ਲੈਂਦੇ। ਉਹ ਕੌਣ ਨੇ? ਪ੍ਰਸ਼ਵਨਾਥ ਨੇ 23rd। ਠੀਕ ਹੈ, ਇੰਨਾ ਸਿੰਬਲ ਕੀ ਹੈ? ਇੰਨਾ ਸਿੰਬਲ ਹੈ ਸਨੇਕ। ਇਹ ਵੀ ਕੁਐਸਚਨ ਕਈ ਵਾਰੀ ਆ ਜਾਂਦਾ, ਇਹਦਾ ਸਿੰਬਲ ਕੀ ਹੈ? ਸਨੇਕ ਹੈ। ਚਲੋ ਮਹਾਵੀਰ ਦਾ ਸਿੰਬਲ ਕੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ। ਠੀਕ ਹੈ, ਤੁਹਾਨੂੰ ਮੈਂ ਹੋਮਵਰਕ ਵਾਲੇ ਕੁਐਸਚਨ ਵੀ ਦੇਵਾਂਗਾ ਤਾਂ ਕਿ ਤੁਹਾਨੂੰ ਯਾਦ ਰਹੇ। ਮਹਾਵੀਰ ਦਾ ਸਿੰਬਲ ਕੀ ਹੈ ਇਹ ਤੁਸੀਂ ਮੈਨੂੰ ਦੱਸਿਓ। ਪ੍ਰਸ਼ਵਨਾਥ ਦਾ ਮੈਂ ਦੱਸਤਾ ਸਨੇਕ ਹੈ। ਮਹਾਵੀਰ ਦਾ ਤੁਸੀਂ ਕਮੈਂਟ ਕਰਕੇ ਦੱਸਿਓ। ਰਿਸ਼ਵ ਦੇਵ ਦਾ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਇਹਨਾਂ ਦਾ ਸਿੰਬਲ ਕੀ ਸੀਗਾ। ਠੀਕ ਹੈ, ਚਲੋ ਅਗਲਾ ਕੁਐਸਚਨ ਹੂ ਵਾਜ਼ ਦਾ ਫਸਟ ਗੁਪਤਾ ਰੂਲਰ। ਪਹਿਲੇ ਗੁਪਤਾ ਰੂਲਰ ਕਿਹੜੇ ਨੇ ਟੂ ਅਕਵਾਇਰ ਦਾ ਟਾਈਟਲ ਆਫ ਮਹਾਰਾਜਾ ਦੀ ਅਧਿਰਾਜਾ ਦਾ ਟਾਈਟਲ ਕਿਹੜੇ ਗੁਪਤਾ ਰੂਲਰ ਨੇ ਲਿੱਤਾ ਸੀਗਾ? ਇਹ ਲਿੱਤਾ ਸੀ ਚੰਦਰਗੁਪਤ I ਨੇ ਲਿੱਤਾ ਸੀਗਾ ਟਾਈਟਲ ਮਹਾਰਾਜਾ ਦਾ ਅਧਿਰਾਜਾ। ਚੰਦਰਗੁਪਤ I ਨੇ। ਠੀਕ ਹੈ, ਇਹ ਯਾਦ ਕਰ ਲਿਓ ਚੰਦਰਗੁਪਤ I ਨੇ ਜਿਹਨੇ ਗੁਪਤਾ ਡਾਇਨੈਸਟੀ ਸਟਾਰਟ ਕੀਤੀ ਸੀਗੀ ਉਹਨਾਂ ਨੇ ਲਿੱਤਾ ਸੀਗਾ ਮਹਾਰਾਜਾ ਦੇ ਅਧਿਰਾਜਾ ਦਾ ਟਾਈਟਲ। ਠੀਕ ਹੈ, ਇਹ ਵੀ ਯਾਦ ਕਰ ਲਿਓ ਗੁਪਤਾ ਡਾਇਨੈਸਟੀ ਕਿਹਨੇ ਸਟਾਰਟ ਕੀਤੀ ਸੀ? ਗੁਪਤਾ ਡਾਇਨੈਸਟੀ ਚੰਦਰਗੁਪਤ I ਨੇ ਨਹੀਂ ਕੀਤੀ ਸੀ, ਚੰਦਰਗੁਪਤ I ਨੇ ਕੀਤੀ। ਠੀਕ ਹੈ, ਚੰਦਰਗੁਪਤ I ਨੇ। ਸਮਝ ਗਏ? ਨਹੀਂ, ਚੰਦਰਗੁਪਤ I ਨੇ ਨਹੀਂ ਕੀਤੀ ਸੀ ਗੁਪਤਾ ਡਾਇਨੈਸਟੀ ਗੁਪਤਾ ਡਾਇਨੈਸਟੀ ਕਿਹਨੇ ਸਟੈਬਲਿਸ਼ ਕੀਤੀ ਹੈ ਦੱਸੋ ਤੁਸੀਂ ਮੈਨੂੰ। ਠੀਕ ਹੈ, ਗੁਪਤਾ ਡਾਇਨੈਸਟੀ ਕਿਹਨੇ ਸਟੈਬਲਿਸ਼ ਕੀਤੀ ਸੀਗੀ? ਇੱਕ ਵਾਰੀ ਮੈਂ ਰੀਕਾਲ ਕਰ ਪਾ ਰਿਹਾ ਗੁਪਤਾ ਡਾਇਨੈਸਟੀ ਸਟੈਬਲਿਸ਼ ਕਿਹਨੇ ਕੀਤੀ ਸੀ? ਇੱਕ ਵਾਰ ਮੈਨੂੰ ਰੀਕਾਲ ਕਰਨ ਦਿਓ। ਇਹ ਆਪਣਾ ਗਤੋੜਗੜ ਤਾਂ ਨਹੀਂ ਸੀਗੇ, ਸ਼੍ਰੀਗੁਪਤ ਨੇ ਕੀਤੀ ਸੀਗੀ। ਜਿਹੜੀ ਚੰਦਰਗੁਪਤ ਮੌਰਿਆ ਨੇ ਗੁਪਤਾ ਡਾਇਨੈਸਟੀ ਕਿਹਨੇ ਫਾਊਂਡ ਕੀਤੀ ਸੀਗੀ? ਸ਼੍ਰੀਗੁਪਤ ਨੇ ਕੀਤੀ ਸੀ। ਸ਼੍ਰੀਗੁਪਤਾ ਨੇ। ਠੀਕ ਹੈ, ਸ਼੍ਰੀਗੁਪਤਾ ਨੇ ਕੀਤੀ ਗੁਪਤਾ ਡਾਇਨੈਸਟੀ ਫਾਊਂਡ। ਸਮਝ ਗਏ ਉਰੇ ਤੱਕ? ਚਲੋ ਅਗਲਾ ਕੁਐਸਚਨ ਕੀ ਹੈ? ਰਿਵੋਲਟ ਆਫ 1857। ਠੀਕ ਹੈ, ਜਿਹਨੂੰ ਆਪਾਂ ਕਿਸੇ ਇੱਕ ਹੋਰ ਨਾਮ ਤੋਂ ਵੀ ਜਾਣਦੇ, ਹੁਣੇ ਦੱਸਿਆ ਤੁਹਾਨੂੰ ਮੈਂ ਸਪੋਈ ਮਿਊਟਨੀ ਦੇ ਨਾਮ ਤੋਂ ਵੀ ਜਾਣਦੇ ਰਿਵੋਲਟ ਆਫ 1857 ਨੂੰ। ਇਹ ਸਟਾਰਟ ਕਿੱਥੋਂ ਹੋਇਆ ਸੀਗਾ? ਇਹ ਸਟਾਰਟ ਹੋਇਆ ਸੀ ਆਪਣਾ ਮੇਰਠ ਤੋਂ ਸਟਾਰਟ ਹੋਇਆ ਸੀਗਾ। ਮੇਰਠ ਤੋਂ। ਠੀਕ ਹੈ, ਮੇਰਠ ਤੋਂ ਸਟਾਰਟ ਹੋਇਆ ਸੀ ਅਤੇ ਖਤਮ ਕਿੱਥੇ ਹੋਇਆ ਸੀ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਖਤਮ ਕਿੱਥੇ ਹੋਇਆ ਸੀ। ਠੀਕ ਹੈ, ਅਗਲਾ ਕੁਐਸਚਨ ਹੈਗਾ ਵਿਚ ਇੰਡੀਅਨ ਚੈਸ ਪਲੇਅਰ ਸਕੋਰ ਹਰ ਸੈਕਿੰਡ ਵੂਮਨ ਵਰਲਡ ਰੈਪਿਡ ਬਲਿਟਸ ਚੈਂਪੀਅਨਸ਼ਿਪ ਟਾਈਟਲ ਇਨ 2024। ਠੀਕ ਹੈ, ਕਿਹੜੀ ਇੰਡੀਅਨ ਚੈਸ ਪਲੇਅਰ ਹੈ ਵੂਮੈਨ? ਉਹਨੇ ਟਾਈਟਲ ਲਿੱਤਾ ਵੂਮੈਨ ਵਰਲਡ ਰੈਪਿਡ ਬਲਿਟਸ ਚੈਂਪੀਅਨਸ਼ਿਪ ਟਾਈਟਲ ਦੂਜੀ ਵਾਰ ਲਿੱਤਾ ਹੈ। ਕੀ ਨਾਮ ਹੈ ਉਹਨਾਂ ਦਾ? ਇੰਡੀਅਨ ਵੂਮੈਨ ਦਾ ਦੂਜੀ ਵਾਰ ਲਿੱਤਾ ਹੈ ਹੰਪੀ
ਕੋਨੇਰੂ, ਹੰਪੀ ਕੋਨੇਰੂ, ਠੀਕ ਹੈ, ਹੰਪੀ ਕੋਨੇਰੂ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਵੀ ਇੰਪੋਰਟੈਂਟ ਹੈ ਕੁਐਸਚਨ, ਠੀਕ ਹੈ। ਅਗਲਾ ਕੁਐਸਚਨ ਹੈਗਾ ICC ਮੈਨਸ ਚੈਂਪੀਅਨਸ਼ਿਪ ਕਿਹੜੀ ਕੰਟਰੀ ਨੇ ਹੋਸਟ ਕੀਤੀ ਸੀਗੀ? ਇਹ ਕੀਤੀ ਸੀ ਪਾਕਿਸਤਾਨ ਨੇ ਹੋਸਟ ਕੀਤੀ। ਜਿੱਤਿਆ ਕੌਣ ਸੀਗਾ ਇਹਦੇ ਵਿੱਚ? ਇੰਡੀਆ ਜਿੱਤਿਆ ਸੀਗਾ। ਪਾਕਿਸਤਾਨ ਨੇ ਹੋਸਟ ਕੀਤੀ 2025 ਜਿਹੜੀ ਆਪਣੀ ICC ਮੈਨਸ ਚੈਂਪੀਅਨ ਟਰੋਫੀ ਹੈ, ਠੀਕ ਹੈ। ਜਿੱਤਿਆ ਕੌਣ ਸੀਗਾ? ਇੰਡੀਆ ਜਿੱਤਿਆ ਸੀਗਾ। ਅਗਲਾ ਕੁਐਸਚਨ ਹੈਗਾ 10 ਰਾਜਨ ਵਾਰ। ਜਿਹੜੀ 10 ਰਾਜਨ ਵਾਰ ਹੈ ਇਹਨੂੰ ਬੈਟਲ ਆਫ 10 ਕਿੰਗਸ ਦੇ ਨਾਮ ਤੋਂ ਵੀ ਜਾਣਦੇ ਆ, ਜਿਹਦੇ ਵਿੱਚ ਸੂਦਾ ਸੀਗੇ ਸੀ, ਜਿੱਤ ਗਏ ਸੀਗੇ। ਇੱਕ ਸਾਈਡ ਤਾਂ 10 ਰਾਜੇ ਸੀਗੇ, ਇੱਕ ਸਾਈਡ ਕੌਣ ਸੀ? ਸੂਦਾ ਸੀਗੇ, ਜਿੱਤ ਗਏ ਸੀਗੇ, ਠੀਕ ਹੈ। ਅਤੇ ਇਹ ਕਿਹੜੀ ਨਦੀ ਦੇ ਕਿਨਾਰੇ 'ਤੇ ਲੜੀ ਗਈ ਸੀਗੀ? ਇਹ ਪੁੱਛਿਆ ਕਿਹੜੀ ਨਦੀ ਦੇ ਕਿਨਾਰੇ 'ਤੇ ਲੜੀ ਗਈ ਸੀਗੀ? ਇਹ ਲੜੀ ਗਈ ਸੀ ਰਾਵੀ ਨਦੀ ਦੇ ਕਿਨਾਰੇ 'ਤੇ, ਰਾਵੀ ਨਦੀ ਦੇ ਕਿਨਾਰੇ 'ਤੇ, ਠੀਕ ਹੈ। ਅਤੇ ਰਾਵੀ ਦਾ ਪੁਰਾਣਾ ਨਾਮ ਕੀ ਹੈ? ਪੁਰਸ਼ਨੀ। ਰਾਵੀ ਦਾ ਪੁਰਾਣਾ ਨਾਮ ਕੀ ਹੈ? ਪੁਰਸ਼ਨੀ, ਠੀਕ ਹੈ। ਇਹਨੂੰ ਕਿਵੇਂ ਯਾਦ ਕਰਦੇ ਹੋ? PR ਤੋਂ, ਠੀਕ ਹੈ। ਉਹਦੀ PR ਲੱਗ ਗਈ, ਠੀਕ ਹੈ। P ਤੋਂ ਪੁਰਸ਼ਨੀ, R ਤੋਂ ਰਾਵੀ, ਠੀਕ ਹੈ। ਪੁਰਸ਼ਨੀ ਨਦੀ ਕਿਹੜੀ ਪੁਰਾਣੀ ਨਦੀ ਦਾ ਕਿਹੜੀ ਨਦੀ ਦਾ ਨਾਮ ਹੈ? ਰਾਵੀ ਨਦੀ ਦਾ ਨਾਮ ਹੈ, ਠੀਕ ਹੈ। ਚਲੋ ਅਗਲੇ ਕੁਐਸਚਨ ਚੱਲਦੇ ਹਾਂ। ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਜ਼ਾਕਿਰ ਹੁਸੈਨ। ਜ਼ਾਕਿਰ ਹੁਸੈਨ ਇੱਕ ਲੈਜੈਂਡਰੀ ਆਰਟਿਸਟ ਸੀਗੇ, ਠੀਕ ਹੈ, ਜਿਨ੍ਹਾਂ ਨੂੰ ਪਦਮ ਸ਼੍ਰੀ ਮਿਲਿਆ ਸੀਗਾ, ਠੀਕ ਹੈ। ਹੁਣੀ ਪਾਸ ਅਵੇ ਹੋ ਗਏ ਸੀ, ਦਸੰਬਰ ਦੇ ਵਿੱਚ ਪਾਸ ਅਵੇ ਹੋ ਗਏ ਸੀਗੇ। ਤਾਂ ਜ਼ਾਕਿਰ ਹੁਸੈਨ, ਇਹ ਕੁਐਸਚਨ ਤੁਹਾਨੂੰ ਹੁਣ ਵੀ ਆ ਸਕਦਾ, ਜ਼ਾਕਿਰ ਹੁਸੈਨ ਕਿਹੜੀ ਫੀਲਡ 'ਤੇ ਕੰਮ ਕਰਦੇ? ਇਨ ਵਿਚ ਫੀਲਡ ਵਾਸ ਰੀਨੋਡ, ਠੀਕ ਹੈ। ਕਿਹੜੀ ਫੀਲਡ ਵਾਸਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ? ਕੀ ਸੀਗੇ ਇਹ ਤਬਲਾ ਵਜਾਉਂਦੇ ਸੀਗੇ, ਤਬਲਾ ਐਂਡ ਇੰਡੀਅਨ ਕਲਾਸੀਕਲ ਮਿਊਜ਼ਿਕ, ਠੀਕ ਹੈ। ਤਬਲਾ ਵਜਾਉਂਦੇ ਸੀਗੇ ਕੌਣ? ਜ਼ਾਕਿਰ ਹੁਸੈਨ, ਸਮਝ ਗਏ। ਅਗਲਾ ਕੁਐਸਚਨ ਹੈ ਹੂ ਵਾਜ਼ ਓਨਰ ਵਿਦ 2024 ਨੋਬਲ ਪ੍ਰਾਈਜ਼ ਇਨ ਲਿਟਰੇਚਰ। ਹੁਣ ਤੁਸੀਂ 2025 ਦਾ ਯਾਦ ਕਰਿਓ, ਠੀਕ ਹੈ, ਕਿਉਂਕਿ 2025 ਦਾ ਮਿਲੇ ਨੇ ਨਾ। 2024 'ਚ ਕਿਹਨੂੰ ਮਿਲਿਆ ਸੀਗਾ ਨੋਬਲ ਪ੍ਰਾਈਜ਼ ਇਨ ਲਿਟਰੇਚਰ? 2024 'ਚ ਕਿਹਨੂੰ ਮਿਲਿਆ ਸੀ ਨੋਬਲ ਪ੍ਰਾਈਜ਼ ਇਨ ਲਿਟਰੇਚਰ? ਹਨ ਕਾਂਗ ਨੂੰ, ਠੀਕ ਹੈ। 2025 'ਚ ਕਿਹਨੂੰ ਮਿਲਿਆ ਨੋਬਲ ਪ੍ਰਾਈਜ਼ ਇਨ ਲਿਟਰੇਚਰ? 2025 ਨੋਬਲ ਪ੍ਰਾਈਜ਼ ਇਨ ਲਿਟਰੇਚਰ ਮਿਲਿਆ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਆ ਕੀ ਹੋ ਗਿਆ? ਇੱਕ ਮਿੰਟ, ਚਲੋ 2025 ਕਿਹਨੂੰ ਮਿਲਿਆ ਨੋਬਲ ਪ੍ਰਾਈਜ਼ ਇਨ ਲਿਟਰੇਚਰ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਮਿਲਿਆ ਆਪਾਂ ਨੂੰ, ਬਹੁਤ ਵੱਡਾ ਸਾਰਾ ਨਾਮ ਹੈ, ਲੈਜ਼ੋਲ, ਐਂ ਕਰਕੇ ਯਾਦ ਕਰ, ਲੈਜ਼ੋਲ, ਠੀਕ ਹੈ। ਲੈਜ਼ੋਲ ਕਰਸ ਲੈਜ਼ਨ ਕਰਸ ਨਾ ਉਹ ਰੱਖੇ, ਠੀਕ ਹੈ। ਇਹਨੂੰ ਮਿਲਿਆ 2025 ਦੇ ਵਿੱਚ ਕੀ ਨੋਬਲ ਪ੍ਰਾਈਜ਼ ਲਿਟਰੇਚਰ ਦੇ ਵਿੱਚ, ਠੀਕ ਹੈ। ਲੈਜ਼ੋਸ ਨਾਕਰਮ ਕੋਕੀ ਦੇ ਵਿੱਚ, ਠੀਕ ਹੈ। ਜੇ ਆਹ ਕੁਐਸਚਨ ਚ ਰਹਿੰਦੇ ਪਰ 2025 ਤੁਹਾਨੂੰ ਯਾਦ ਹੋਣਾ ਚਾਹੀਦਾ, ਠੀਕ ਹੈ। 2025 ਤੁਹਾਨੂੰ ਕੀ ਹੋਣਾ ਚਾਹੀਦਾ? ਯਾਦ ਹੋਣਾ ਚਾਹੀਦਾ ਕੀ ਹੈ? ਲੈਜ਼ੋਲ ਕਰਨ ਸੋਕਾਬਾਈ ਸੀ, ਠੀਕ ਹੈ। ਇੱਕ ਮਿੰਟ, ਇਹ ਟ੍ਰਿਕ ਸੋਚ ਰਿਹਾ ਵੀ ਕੋਈ ਟ੍ਰਿਕ ਨਾਲ ਯਾਦ ਕਰ ਸਕਦੇ ਇਹਨੂੰ ਆਪਾਂ। ਇਹਨੂੰ ਟ੍ਰਿਕ ਨਹੀਂ ਹੈਗੀ ਇਹਦੀ ਕੋਈ। ਕਰਨਜ਼ਨ ਹੋਕਰੀ, ਕਰਨਜ਼ਨ ਹੋਕਰੀ, ਹਾਂ ਐਵੇਂ ਯਾਦ ਕਰ ਸਕਦੇ ਹਾਂ। ਦੇਖੋ ਐਲ ਤੋਂ ਲਿਟਰੇਚਰ, ਐਲ ਤੋਂ ਕੀ? ਐਲ ਤੋਂ ਲੈਜ਼ੋਸ, ਠੀਕ ਹੈ। ਐਵੇਂ ਕਰਕੇ ਯਾਦ ਕਰ ਸਕਦੇ, ਠੀਕ ਹੈ। 2025 ਕਿਵੇਂ ਐਲ ਤੋਂ ਲਿਟਰੇਚਰ, ਐਲ ਤੋਂ ਲੈਜ਼ੋਸ, ਠੀਕ ਹੈ। ਐਵੇਂ ਕਰਕੇ ਇਹਨੂੰ ਯਾਦ ਕਰ ਲਿਓ। ਚਲੋ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈ ਗੁੱਡ ਗਵਰਨੈਂਸ ਡੇ ਕਦੋਂ ਬਣਾਉਂਦੇ ਆਪਾਂ? ਗੁੱਡ ਗਵਰਨੈਂਸ ਡੇ ਬਣਾਉਂਦੇ 25 ਦਸੰਬਰ ਨੂੰ। ਇਸੀ ਦਿਨ ਕੀ ਹੁੰਦਾ? ਇਸੀ ਦਿਨ ਕਿਹਦੀ ਬਰਥ ਐਨੀਵਰਸਰੀ ਹੁੰਦੀ ਹੈ? ਗੁੱਡ ਗਵਰਨੈਂਸ ਡੇ ਵਾਲੇ ਦਿਨ। ਗੁੱਡ ਗਵਰਨੈਂਸ ਡੇ ਵਾਲੇ ਦਿਨ ਕਿਹਦੀ ਬਰਥ ਐਨੀਵਰਸਰੀ ਹੁੰਦੀ ਦੱਸੋ? ਗੁੱਡ ਗਵਰਨੈਂਸ ਡੇ ਵਾਲੇ ਦਿਨ ਆਪਾਂ ਬਰਥ ਐਨੀਵਰਸਰੀ ਬਣਾਉਂਦੇ ਹਾਂ। ਇਹਨਾਂ ਦੇ ਨਾਮ 'ਤੇ ਸਟੈਚੂ ਆਫ ਯੂਨਿਟੀ ਵੀ ਹੈਗੇ, ਇਹਨਾਂ ਦੇ ਨਾਮ 'ਤੇ ਸਟੈਚੂ ਆਫ ਯੂਨਿਟੀ ਵੀ ਹੈਗੇ। ਦੱਸੋ ਕਿਹਦੇ ਨਾਮ 'ਤੇ ਬਣਾਉਂਦੇ? ਅਟਲ ਬਿਹਾਰੀ ਵਾਜਪਾਈ ਦੇ ਬਰਥਡੇ 'ਤੇ ਬਣਾਉਂਦੇ ਆਪਾਂ ਗੁੱਡ ਗਵਰਨੈਂਸ ਡੇ। ਅਟਲ ਬਿਹਾਰੀ ਵਾਜਪਾਈ, 25 ਦਸੰਬਰ ਨੂੰ ਇਹਨਾਂ ਦਾ ਬਰਥਡੇ ਹੁੰਦਾ, ਠੀਕ ਹੈ। ਚਲੋ ਜਿਹੜਾ ਅਗਲਾ ਕੁਐਸਚਨ ਹੈਗਾ ਉਹ ਹੈਗਾ ਅਟਲ ਬਿਹਾਰੀ ਵਾਜਪਾਈ ਦੱਸਦਾ ਤੁਹਾਨੂੰ, ਠੀਕ ਹੈ। ਵਿਚ ਮਿਲਟਰੀ ਓਪਰੇਸ਼ਨ ਲੀਡ ਟੂ ਲਿਬਰੇਸ਼ਨ ਆਫ ਗੋਆ। ਦੇਖੋ ਗੋਆ ਜਿਹੜਾ ਸੀਗਾ ਨਾ, ਗੋਆ ਆਪਣਾ ਇੰਡੀਆ ਆਜ਼ਾਦ ਹੋ ਗਿਆ ਸੀ ਸਾਰਾ, ਠੀਕ ਹੈ। ਕਦੋਂ ਹੋ ਗਿਆ ਸੀਗਾ? 15 ਅਗਸਤ 1947 ਨੂੰ, ਠੀਕ ਹੈ। ਪਰ ਜਿਹੜਾ ਆਪਣਾ ਗੋਆ ਹੈ ਨਾ, ਗੋਆ ਵਾਲਾ ਜਿਹੜਾ ਏਰੀਆ, ਇਹ ਆਪਣਾ ਇੰਡੀਆ ਇਹਨੂੰ ਆਜ਼ਾਦ ਨਹੀਂ ਕਰਾ ਪਾਇਆ ਸੀ। ਇਹ ਭਾਜੀ ਪੌਂਡੀਚੇਰੀ ਦੇ ਅੰਡਰ ਹੀ ਸੀਗਾ। ਫਿਰ ਉਹਨੂੰ ਆਪਾਂ ਇੱਕ ਓਪਰੇਸ਼ਨ ਚਲਾਇਆ ਸੀਗਾ, ਓਪਰੇਸ਼ਨ ਨਾਮ ਕੀ ਸੀਗਾ? ਓਪਰੇਸ਼ਨ ਵਿਜੇ ਚਲਾਇਆ ਸੀ ਨਹਿਰੂ ਜੀ ਨੇ। ਫਿਰ ਉਸ ਤੋਂ ਬਾਅਦ ਇੰਡੀਆ ਦੇ ਅੰਡਰ ਆਇਆ ਗੋਆ, ਠੀਕ ਹੈ। ਉਸ ਤੋਂ ਬਾਅਦ ਇੰਡੀਆ ਦੇ ਅੰਡਰ ਆਇਆ ਗੋਆ, ਠੀਕ ਹੈ। ਓਪਰੇਸ਼ਨ ਵਿਜੇ ਤੋਂ ਬਾਅਦ, ਸਮਝ ਗਏ। ਚਲੋ ਓਪਰੇਸ਼ਨ ਮੇਘਦੂਤ ਕਿਹਦੇ ਨਾਮ 'ਤੇ? ਓਪਰੇਸ਼ਨ ਮੇਘਦੂਤ ਹੈਗਾ ਜਿਹੜਾ ਆਪਣਾ ਇੰਡੀਆ ਇੱਥੇ ਆਪਣੇ ਗਲੇਸ਼ੀਅਰ ਹੈ ਕਿਤੇ ਜੰਮੂ ਕਸ਼ਮੀਰ ਦੇ ਵਿੱਚ, ਦੇ ਗਲੇਸ਼ੀਅਰ ਸਿਆਚਿਨ ਗਲੇਸ਼ੀਅਰ, ਠੀਕ ਹੈ। ਉਹ ਸਿਆਚਿਨ ਗਲੇਸ਼ੀਅਰ ਆਪਣੇ ਅੰਡਰ ਲਿੱਤਾ ਸੀਗਾ ਚਾਈਨਾ ਤੋਂ, ਓਪਰੇਸ਼ਨ ਮੇਘਦੂਤ ਦੇ ਅੰਡਰ। ਓਪਰੇਸ਼ਨ ਬਲੂ ਸਟਾਰ ਤੁਹਾਨੂੰ ਪਤਾ ਹੋਏਗਾ, ਇਹ ਕੀ ਸੀਗਾ? ਇੰਦਰਾ ਗਾਂਧੀ ਨੇ ਚਲਾਇਆ ਸੀ, ਇਹ ਤੁਹਾਨੂੰ ਪਤਾ ਹੋਏਗਾ, ਠੀਕ ਹੈ। ਚਲੋ ਅਗਲਾ ਕੁਐਸਚਨ ਹੈ ਹੂ ਵਾਜ਼ ਅਵਾਰਡਿਡ ਦ ਮੈਨਸ
प्लेयर ऑफ द ईयर फीफा बेस्ट अवार्ड 2024 फीफा बेस्ट अवार्ड 2024 ਕਿਹਨੂੰ ਮਿਲਿਆ ਮੈਨਸ ਪਲੇਅਰ ਤੇ ਲਿਓਨ ਮੈਸੀ ਨੂੰ 2025 ਚ ਵੀ ਇਹਨਾਂ ਨੂੰ ਹੀ ਮਿਲਿਆ ਲਿਓਨ ਮੈਸੀ ਨੂੰ ਹੀ ਮਿਲਿਆ 2025 ਦੇ ਵਿੱਚ ਵੀ ਇਹ ਵੀ ਤੁਸੀਂ ਯਾਦ ਕਰ ਲਿਓ ਮੈਨ ਪਲੇਅਰ ਆਫ ਦ ਈਅਰ 2025 ਦੇ ਵਿੱਚ ਵੀ ਲਿਓਨ ਮੈਸੀ 2024 ਦੇ ਵਿੱਚ ਵੀ ਲਿਓਨ ਮੈਸੀ ਹੀ ਸੀ। ਚਲੋ ਅਗਲਾ ਕੁਐਸਚਨ ਹੈ ਇੰਟਰਨੈਸ਼ਨਲ ਡੇ ਔਨ ਨੌਨ ਵਾਇਲੈਂਸ ਇਜ਼ ਸੈਲੀਬ੍ਰੇਟਡ ਔਨਰ ਆਫ ਬਰਥਡੇ ਤਾਂ ਇੰਟਰਨੈਸ਼ਨਲ ਜਿਹੜਾ ਆਪਣਾ ਡੇ ਔਨ ਨੌਨ ਵਾਇਲੈਂਸ ਹੈ ਇਹ ਕਿਹਦੇ ਔਨਰ 'ਚ ਬਣਾਉਂਦੇ ਆਪਾਂ ਇਹ ਬਣਾਉਂਦੇ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਦੇ ਔਨਰ 'ਤੇ ਆਪਾਂ ਕੀ ਬਣਾਉਂਦੇ ਇੰਟਰਨੈਸ਼ਨਲ ਡੇ ਆਫ ਨੌਨ ਵਾਇਲੈਂਸ ਠੀਕ ਹੈ। ਅਗਲਾ ਕੁਐਸਚਨ ਹੈ ਵਟ ਇਜ਼ ਦ ਨੇਮ ਆਫ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਂਡ ਫੋਰਮ ਔਨ ਇਨਵਾਇਰਮੈਂਟ ਐਂਡ ਵਰਲਡ ਲਾਈਫ ਹੈਲਥ ਫਰੋਮ 3 ਅਕਤੂਬਰ 2024 ਇਨ ਨਿਊ ਦਿੱਲੀ ਠੀਕ ਹੈ। ਇਹ ਚਾਹੇ ਕੁਐਸਚਨ ਛੱਡ ਦਿਓ ਕਿਉਂਕਿ ਇਹ ਕੁਐਸਚਨ ਹੁਣ ਥੋੜ੍ਹਾ ਜਿਹਾ ਪੁਰਾਣਾ ਹੋ ਗਿਆ 2024 ਦਾ ਤਾਂ ਉਹਦਾ ਨਾਮ ਕੀ ਸੀਗਾ ਉਹਦਾ ਨਾਮ ਸੀਗਾ ਵਰਤਮਾਨ ਸੀਗਾ ਉਹਦਾ ਨਾਮ ਇੰਟਰਨੈਸ਼ਨਲ ਫਿਲਮ ਵਟ ਇਜ਼ ਦਾ ਨੇਮ ਆਫ ਇੰਟਰਨੈਸ਼ਨਲ ਫਿਲਮ ਫੈਸਟੀਵਲ ਠੀਕ ਹੈ ਕੀ ਨਹੀਂ ਸੀਗਾ ਵਰਤਮਾਨ ਸੀਗਾ ਉਹਦਾ ਨਾਮ ਠੀਕ ਹੈ। ਇਹ ਕਿਉਂ ਵੀ ਛੱਡ ਦਿਓ ਥੋੜ੍ਹਾ ਪੁਰਾਣਾ ਕਰੰਟ ਅਫੇਅਰ ਹੋ ਗਿਆ ਇਸ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਬਾਕੀ ਹੋਰ ਕੋਈ ਕੁਐਸਚਨ ਨਹੀਂ ਸਕਿਪ ਕਰਨਾ ਬਸ ਇਸ ਨੂੰ ਕਰ ਸਕਦੇ ਹੋ ਠੀਕ ਹੈ। ਚਲੋ ਅਗਲਾ ਕੁਐਸਚਨ ਹੈਗਾ ਇੰਡੀਆ ਅਤੇ ਕਜ਼ਾਕਿਸਤਾਨ ਦੇ ਵਿੱਚ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ ਹੋਈ ਸੀਗੀ ਸਤੰਬਰ ਦੇ ਵਿੱਚ ਹੁਣ ਵੀ ਹੋ ਸਕਦੀ ਹੈ ਤਾਂ ਉਹਦਾ ਨਾਮ ਕੀ ਹੁੰਦਾ ਇੰਡੀਆ ਦੇ ਜਿਹੜੇ ਕਜ਼ਾਕਿਸਤਾਨ ਦੇ ਵਿੱਚ ਜਿਹੜੀ ਜੁਆਇੰਟ ਮਿਲਟਰੀ ਐਕਸਰਸਾਈਜ਼ ਹੁੰਦੀ ਹੈ ਉਹਦਾ ਨਾਮ ਹੁੰਦਾ ਕਾਜ ਹਿੰਦ ਹੁੰਦੀ ਹੈ ਉਹਦਾ ਮਿਲਟਰੀ ਐਕਸਰਸਾਈਜ਼ ਦਾ ਨਾਮ ਜਿਹੜਾ ਇੰਡੀਆ ਅਤੇ ਕਜ਼ਾਕਿਸਤਾਨ ਦੇ ਵਿੱਚ ਹੁੰਦਾ ਕਾਜ ਹਿੰਦ ਠੀਕ ਹੈ। ਅਗਲਾ ਕੁਐਸਚਨ ਹੈ ਹੂ ਅਸਿਊਮ ਦ ਰੋਲ ਆਫ ਚੇਅਰਮੈਨ ਆਫ ਇੰਟਰਨੈਸ਼ਨਲ ICC ਬੇਸਿਕਲੀ ਕੁਐਸਚਨ ਇਹ ਹੈ ਚੇਅਰਮੈਨ ਕੌਣ ਹੈ ICC ਦਾ ICC ਮਤਲਬ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਇਹਦਾ ਚੇਅਰਮੈਨ ਕੌਣ ਹੈ ਜੈ ਸ਼ਾਹ ਇਹਦਾ ਆਪਣਾ ਕੀ ਹੈ ਚੇਅਰਮੈਨ ਬਣਿਆ ਕਦੋਂ ਬਣਿਆ ਸੀ 1 ਦਸੰਬਰ 2024 ਦੇ ਵਿੱਚ ਹਜੇ ਵੀ ਹੈਗੀ ਹੈ ਤਾਂ ਇਹਨੂੰ ਯਾਦ ਕਰ ਲਿਓ। ਅਗਲਾ ਕੁਐਸਚਨ ਹੈ ਇਨ ਦਸੰਬਰ 2024 ਨੀਟੂ ਉਬਾ ਨੰਦਨੀ ਨਦੀਤਵਾ ਬਿਕਮ ਦਾ ਫਸਟ ਫੀਮੇਲ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਪਹਿਲੀ ਫੀਮੇਲ ਪ੍ਰੈਜ਼ੀਡੈਂਟ ਬਣੀ ਹੈ ਕਿਹੜੀ ਕੰਟਰੀ 'ਚ ਬਣੀ ਹੈ ਇਹ ਬਣੀ ਹੈ ਨਾਬੀਆ ਦੀ ਬਣੀ ਹੈ ਕੀ ਨਾਮ ਹੈ ਨੀਟੂ ਮੂਰਾ ਨੰਦਨੀ ਦੇਖੋ ਐਨ ਸਾਰੇ ਕਿਤੇ 3 N ਹੋ ਗਏ ਪਲੱਸ ਨਾਮ ਵੀ N ਤਾਂ NEN ਹੋ ਗਏ ਠੀਕ ਹੈ। ਨਾਬੀਆ ਜਿਹੜੀ ਸਿਟੀ ਹੈ ਉਹਨੂੰ N ਬਹੁਤ ਪਸੰਦ ਹੈ ਐਂ ਕਰਕੇ ਇਹਨੂੰ ਤੁਸੀਂ ਯਾਦ ਕਰ ਸਕਦੇ ਹੋ ਠੀਕ ਹੈ। ਅਗਲਾ ਕੁਐਸਚਨ ਥੋੜ੍ਹਾ ਇੰਪੋਰਟੈਂਟ ਹੈ ਇਹ ਦੇਖੋ ਇਹ ਕੀ ਕੁਐਸਚਨ ਹੈ ਵਟ ਵਾਜ਼ ਦਾ ਪ੍ਰਾਇਮਰੀ ਗੋਲ ਆਫ ਇਸਰੋ ਦਾ ਇੱਕ ਰੋਕਟ ਦਾ ਨਾਮ ਕੀ ਹੈ PSLV C60 ਇੱਕ ਮਿਸ਼ਨ ਹੈ ਉਹਦਾ ਪ੍ਰਾਇਮਰੀ ਗੋਲ ਕੀ ਸੀਗਾ ਉਹਦਾ ਪ੍ਰਾਇਮਰੀ ਗੋਲ ਸੀਗਾ ਟੂ ਡੈਮੋਸਟ੍ਰੇਟ ਇਨ ਸਪੇਸ ਡੌਕਿੰਗ ਟੈਕਨੋਲੋਜੀ ਦੇ ਵਿੱਚ ਕੀ ਹੁੰਦਾ ਇੱਕ ਆਪਣਾ ਜਿਵੇਂ ਰੋਕਟ ਹੈ ਸਪੇਸ ਦੇ ਵਿੱਚ ਇੱਕ ਆਪਣਾ ਰੋਕਟ ਹੈ ਠੀਕ ਹੈ ਠੀਕ ਹੈ ਉਹ ਰੋਕਟ ਵਿੱਚ ਕੀ ਹੋ ਗਿਆ ਫਿਊਲ ਖਤਮ ਹੋ ਗਿਆ ਤਾਂ ਕੀ ਕਰੂਗਾ ਇੱਕ ਦੂਜਾ ਰੋਕਟ ਆਊਗਾ ਠੀਕ ਹੈ ਦੂਜਾ ਰੋਕਟ ਆਊਗਾ ਇਹਦੇ ਕੋਲ ਆਊਗਾ ਐਵੇਂ ਪੁੱਠਾ ਹੋ ਕੇ ਆਊਗਾ ਅਤੇ ਕੀ ਕਰੂਗਾ ਐਵੇਂ ਸਿੱਧਾ ਰੋਕਟ ਹੈ ਪੁੱਠਾ ਹੋ ਕੇ ਇਹਦੇ ਨਾਲ ਜੁੜ ਜੂਗਾ ਠੀਕ ਹੈ ਅਤੇ ਫਿਊਲ ਟਰਾਂਸਫਰ ਕਰ ਦੂਗਾ ਇਹਨੂੰ ਕਹਿੰਦੇ ਆ ਡੌਕਿੰਗ ਸਿਸਟਮ ਇਹ ਇਸਰੋ ਨੇ ਕੀਤਾ ਸਪੇਸ ਦੇ ਵਿੱਚ ਉਹਦਾ ਨਾਮ ਕੀ ਹੈ PSLV C60 ਮਿਸ਼ਨ ਦੇ ਅੰਡਰ ਇਹ ਕੀਤੀ ਹੈ ਟੂ ਡੈਮੋਸਟ੍ਰੇਟ ਇਨ ਸਪੇਸ ਡੌਕਿੰਗ ਟੈਕਨੋਲੋਜੀ ਸਮਝ ਗਏ ਜੀ। ਚਲੋ ਅਗਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਵਿਚ ਕੈਟੇਗਰੀ ਔਨ ਕੰਸਨਟ੍ਰੇਸ਼ਨ ਆਫ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਅਵਾਰਡਡ ਰਾਸ਼ਟਰੀ ਜਿਹੜਾ ਬਾਲ ਪੁਰਸਕਾਰ ਹੈ ਇਹ ਕਿਸ ਕੈਟੇਗਰੀ ਦੇ ਅੰਦਰ ਦਿੰਦੇ ਹੁੰਦੇ ਨੇ ਕਿਹੜੀ ਕੈਟੇਗਰੀ ਦੇ ਵਿੱਚ ਬੱਚਿਆਂ ਨੂੰ ਦਿੰਦੇ ਹੁੰਦੇ ਨੇ ਜੇ ਕੋਈ ਬੱਚਾ ਬਹੁਤ ਜ਼ਿਆਦਾ ਆਰਟ ਦੇ ਵਿੱਚ ਵਧੀਆ ਕੰਮ ਕਰਦੇ ਕਲਚਰ ਦੇ ਵਿੱਚ ਬਰੇਵਰੀ ਇਨੋਵੇਸ਼ਨ ਸਾਇੰਸ ਐਂਡ ਟੈਕਨੋਲੋਜੀ ਸੋਸ਼ਲ ਸਾਇੰਸ ਸਪੋਰਟਸ ਇਨਵਾਇਰਮੈਂਟ ਇਸ ਦੇ ਵਿੱਚ ਇਹ ਬੱਚਾ ਕੋਈ ਐਕਸਟਰਾ ਆਰਡੀਨਰੀ ਕੰਮ ਕਰਦੇ ਨਾ ਤਾਂ ਮਿਲਦਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਆਰਟ ਕਲਚਰ ਬਰੇਵਰੀ ਇਨੋਵੇਸ਼ਨ ਸਾਇੰਸ ਐਂਡ ਟੈਕਨੋਲੋਜੀ ਸੋਸ਼ਲ ਸਰਵਿਸ ਸਪੋਰਟਸ ਇਨਵਾਇਰਮੈਂਟ ਬੇਸਿਕਲੀ ਸਾਰੇ ਜਿੰਨੇ ਵੀ ਹੈਗੇ ਨੇ ਤਾਂ ਉਹਨੂੰ ਟਿਕ ਲਗਾ ਦਿਓ ਤੁਸੀਂ ਠੀਕ ਹੈ ਬਾਈ ਆਪਸ਼ਨ ਕਰ ਲਿਓ ਇਹ ਕੁਐਸਚਨ ਤਾਂ ਠੀਕ ਹੈ। ਜਿਹੜੇ ਓਲਡ ਕ੍ਰਿਮੀਨਲ ਲਾਅ ਸੀਗੇ ਨੇ ਤੁਹਾਨੂੰ ਕ੍ਰਿਮੀਨਲ ਲਾਅ ਵੀ ਪੜ੍ਹਨੇ ਹੋਣੇ ਚਾਹੀਦੇ ਨੇ ਠੀਕ ਹੈ ਕੁਐਸਚਨ ਕਿਉਂਕਿ ਅਜੇ ਬਹੁਤ ਜ਼ਿਆਦਾ ਆ ਰਹੇ ਨੇ ਕ੍ਰਿਮੀਨਲ ਲਾਅ ਦੇ ਉੱਤੇ ਜਿਹੜੇ ਓਲਡ ਕ੍ਰਿਮੀਨਲ ਲਾਅ ਸੀਗੇ ਉਹ ਨਵੇਂ ਕ੍ਰਿਮੀਨਲ ਲਾਅ ਨਾਲ ਉਹਨਾਂ ਨੂੰ ਆਪਾਂ ਰੀਪਲੇਸ ਕਰਤਾ ਠੀਕ ਹੈ ਜਿਹੜੇ 1 ਜੁਲਾਈ 2024 ਦੇ ਵਿੱਚ ਆਏ ਸੀਗੇ ਠੀਕ ਹੈ 1 ਜੁਲਾਈ 2024 ਦੇ ਵਿੱਚ ਆਏ ਸੀਗੇ ਵਟ ਓਲਡ ਲਾਅ ਆਰ ਬੀਨ ਰਿਪਲੇਸ ਵਿਦ ਨਿਊ ਲਾਅ ਇਨਟੂ 2024 ਤਾਂ ਕਿਹੜੇ ਕੀਤੇ ਸੀਗੇ ਤੇ ਕੌਂਸਟੀਟਿਊਸ਼ਨ ਆਫ ਇੰਡੀਆ ਤਾਂ ਨਹੀਂ ਕੀਤਾ ਹੋਊਗਾ ਕਿਹੜੇ ਕੀਤੇ ਨੇ ਇੱਕ IPC ਕੀਤਾ ਇੱਕ CRPC ਇੱਕ ਇੰਡੀਅਨ ਐਵੀਡੈਂਸ ਐਕਟ ਇਹ ਕੀਤੇ ਨੇ ਠੀਕ ਹੈ ਤਾਂ ਇਹ ਆਨਸਰ ਆ ਜਾਊਗਾ IPC CRPC ਅਤੇ ਇੰਡੀਅਨ ਐਵੀਡੈਂਸ ਐਕਟ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵੀ ਨਹੀਂ ਕੀਤਾ ਠੀਕ ਹੈ ਕੀ ਕੀਤਾ IPC CRPC ਅਤੇ ਇੰਡੀਅਨ ਐਵੀਡੈਂਸ ਐਕਟ ਇਹਨਾਂ ਨੂੰ ਕੀ ਕਰਤਾ ਨਿਊ ਕ੍ਰਿਮੀਨਲ ਲਾਅ ਦੇ ਵਿੱਚ ਚੇਂਜ ਕਰਤਾ ਠੀਕ ਹੈ। ਚਲੋ ਅਗਲਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਫੇਮਸ ਬੈਟਲ ਸਾਰਾਗਿਰੀ ਇਹ ਆਪਾਂ ਪਹਿਲਾਂ ਕੱਲ੍ਹ ਵੀ ਕੀਤਾ ਸੀਗਾ ਪਰਸੋਂ ਚੌਥੇ ਇੱਕ ਕਲਾਸ 'ਤੇ ਆਪਾਂ ਪਹਿਲਾਂ ਵੀ ਕੀਤੀ ਹੋਈ ਹੈ ਬੈਟਲ ਆਫ ਸਾਰਾਗਿਰੀ ਠੀਕ ਹੈ ਜਿਹਦੇ ਵਿੱਚ ਕੁਛ ਆਪਣੇ ਇੰਡੀਅਨ ਸੀਗੇ ਬ੍ਰਿਟਿਸ਼ਰ ਦੇ ਕਿੰਨਾ ਵਿੱਚ ਲੜਾਈ ਹੋ ਰਹੀ ਸੀ ਅਫਗਾਨ ਅਤੇ ਬ੍ਰਿਟਿਸ਼ਰ ਦੇ ਵਿੱਚ ਲੜਾਈ ਹੋ ਰਹੀ ਸੀਗੀ ਅਤੇ ਬ੍ਰਿਟਿਸ਼ਰ ਵੱਲੋਂ
ਬ੍ਰਿਟਿਸ਼ਰ ਵੱਲੋਂ ਕੌਣ ਲੜ ਰਹੇ? ਸਿੱਖ ਲੜ ਰਹੇ ਸੀਗੇ, ਠੀਕ ਹੈ। ਉਹ ਸਿੱਖ ਲੜ ਰਹੇ, ਕੁਛ ਛੋਟਾ ਜਿਹਾ ਗਰੁੱਪ ਸੀਗਾ 20 ਸਿੱਖਾਂ ਦਾ, ਅਤੇ ਸਾਹਮਣੇ ਕਿ ਉਸਦੇ ਸਾਹਮਣੇ ਬਹੁਤ ਜ਼ਿਆਦਾ ਅਫਗਾਨ ਸੀਗੇ, ਠੀਕ ਹੈ। ਇਹ ਇਹਨਾਂ ਖਿਲਾਫ ਲੜੇ ਸੀਗੇ। ਕਿਹੜੀ ਬੈਟਲ ਸੀ? ਬੈਟਲ ਆਫ ਸਾਰਾਗਿਰੀ ਦੇ ਵਿੱਚ, ਠੀਕ ਹੈ। ਬ੍ਰਿਟਿਸ਼ਰ ਤੋਂ ਕੌਣ ਲੜੇ ਸੀਗੇ? ਸਿੱਖ ਲੜੇ ਸੀਗੇ, ਸਿੱਖ, ਠੀਕ ਹੈ। ਤੁਸੀਂ ਮੈਂ ਤੁਹਾਨੂੰ ਦੱਸਦਾ ਨਾ, ਇਹ ਜਿਹੜੀ ਆਪਣੀ ਫਿਲਮ ਨਹੀਂ ਹੈਗੀ ਇੱਕ ਕੇਸਰੀ ਫਿਲਮ, ਉਹ ਇਹ 'ਤੇ ਬੇਸ ਹੈ, ਠੀਕ ਹੈ, ਬੈਟਲ ਆਫ ਸਾਰਾਗਿਰੀ ਦੇ ਉੱਤੇ। ਇਹ ਲੜੀ ਕਦੋਂ ਗਈ ਸੀਗੀ? 1897 ਦੇ ਵਿੱਚ। 1897 ਦੇ ਵਿੱਚ 1900 ਚੋਂ 3 ਮਾਈਨਸ ਕਰਤੇ, ਐਵੇਂ ਕਰਕੇ ਤੁਸੀਂ ਯਾਦ ਕਰ ਸਕਦੇ ਹੋ। 1900 ਤੋਂ 3 ਮਾਈਨਸ ਕਰਤੇ, ਕਿਉਂਕਿ ਜੇ 3 ਬੰਦੇ ਨੇ ਅਫਗਾਨ, ਬ੍ਰਿਟਿਸ਼, ਸਿੱਖ, ਉਹ 3 ਮਾਈਨਸ ਕਰਤੇ ਤਾਂ 1997 ਦੇ ਵਿੱਚ, ਐਵੇਂ ਕਰਕੇ ਇਹਨੂੰ ਯਾਦ ਕਰ ਲਿਓ, ਠੀਕ ਹੈ। ਦੇਖੋ ਆਹ ਦਾ ਕੁਐਸਚਨ ਹੁਣ ਰਿਪੀਟ ਹੋ ਗਿਆ। ਆਨੰਦ ਮੈਰਿਜ ਐਕਟ ਕਦੋਂ ਪਾਸ ਹੋਇਆ ਸੀਗਾ? ਇਹ ਤਾਂ ਹੁਣ ਹੀ ਆਪਾਂ ਕਰਕੇ ਹਟੇ ਹਾਂ। ਕਦੋਂ ਪਾਸ ਹੋਇਆ ਸੀ? 1909 ਦੇ ਵਿੱਚ ਹੋਇਆ ਸੀਗਾ ਆਨੰਦ ਮੈਰਿਜ ਐਕਟ ਪਾਸ, ਠੀਕ ਹੈ। ਹੋਰ ਤਾਂ ਕੋਈ ਡਾਊਟ ਤਾਂ ਨਹੀਂ ਹੈਗਾ? 1 ਮਿੰਟ ਖੜੀ ਹੋ, ਕੁਛ ਰਹਿ ਤਾਂ ਨਹੀਂ ਗਿਆ? ਬਸ ਠੀਕ ਹੈ। ਚਲੋ ਅਗਲਾ ਕੁਐਸਚਨ ਜਿਹੜਾ ਹੈ, ਇਹਦਾ ਹੁਣ ਹੀ ਕੱਟਾ, ਕੁਐਸਚਨ ਰਿਪੀਟ ਹੁੰਦੇ ਨੇ, ਉਹੀ ਦੱਸ ਰਿਹਾ ਤੁਹਾਨੂੰ ਮੈਂ, ਠੀਕ ਹੈ। ਅਗਲਾ ਜਿਹੜਾ ਹੈਗਾ ਜਲਿਆਂਵਾਲਾ ਬਾਗ ਜਿਹੜਾ ਮੈਸੇਕਰ, ਇਹ ਆਪਾਂ ਪਹਿਲਾਂ ਵੀ ਕੀਤਾ। ਇਹਨੂੰ ਦੇਖਣ ਵਾਸਤੇ ਵੀ ਇਹ ਸਹੀ ਹੋਇਆ ਕਿ ਨਹੀਂ। ਜਲਿਆਂਵਾਲਾ ਬਾਗ ਮੈਸੇਕਰ ਸੀਗਾ ਜਿਹੜਾ, ਕਿਹਨੇ ਚਲਾਤੀਆਂ ਸੀ ਗੋਲੀਆਂ? ਆਪਣਾ ਹੰਟਰ ਨੇ ਨਹੀਂ ਚਲਾਤੇ ਸੀ, ਕਿਹਨੇ? ਜਨਰਲ ਡਾਇਰ ਨੇ ਚਲਾਤੀਆਂ ਸੀ ਇਹਨਾਂ 'ਚ ਗੋਲੀਆਂ। ਜਨਰਲ ਡਾਇਰ ਨੇ ਗੋਲੀਆਂ ਚਲਾਤੀਆਂ ਸੀਗੀਆਂ ਕਿੱਥੇ? ਜਲਿਆਂਵਾਲੇ ਬਾਗ ਦੇ ਉੱਤੇ ਵਿੱਚ, ਠੀਕ ਹੈ। ਇਹਨੂੰ ਦੇਖਣ ਵਾਸਤੇ ਵੀ ਜਿਹੜਾ ਉਹਨੇ ਗੋਲੀਆਂ ਚਲਾਈਆਂ ਸੀ ਜਨਰਲ ਡਾਇਰ ਨੇ, ਸਹੀ ਕੀਤਾ ਜਾਂ ਗਲਤ ਕੀਤਾ, ਇੱਕ ਕਮੇਟੀ ਬਣਾਈ ਸੀਗੀ। ਕਮੇਟੀ ਦਾ ਨਾਮ ਕੀ ਸੀਗਾ? ਹੰਟਰ ਕਮੇਟੀ, ਠੀਕ ਹੈ। ਇਹ ਆਪਾਂ ਪਹਿਲਾਂ ਵੀ ਕੀਤਾ ਹੋਇਆ ਕੁਐਸਚਨ, ਕੱਲ੍ਹ ਜਾਂ ਪਰਸੋਂ ਵਾਲੀ ਕਲਾਸ, ਚੌਥੇ ਵਾਲੀ ਕਲਾਸ 'ਚ ਇੱਕ ਵਾਰ ਕੀਤਾ ਆਪਾਂ, ਠੀਕ ਹੈ। ਹੰਟਰ ਕਮੇਟੀ ਬਣਾਈ ਸੀਗੀ। ਇਹਨਾਂ ਨੇ ਨਾਲ ਕੀ ਕਹਿਤਾ ਸੀਗਾ ਵੀ ਜਲਿਆਂਵਾਲਾ ਬਾਗ ਦੇ ਵਿੱਚ ਸਹੀ ਕੀਤਾ ਉਹਨੇ ਗੋਲੀਆਂ ਚਲਾ ਕੇ, ਠੀਕ ਹੈ। ਹੰਟਰ ਕਮੇਟੀ ਦੇ ਅੰਡਰ। ਫਿਰ ਇਸ ਦਾ ਹੀ ਬਦਲਾ ਕੌਣ ਲੈਣ ਗਏ ਸੀ? ਊਧਮ ਸਿੰਘ ਇਹਦਾ ਬਦਲਾ ਲੈਣ ਗਏ ਸੀਗੇ, ਠੀਕ ਹੈ। ਊਧਮ ਸਿੰਘ ਇਹਦਾ ਬਦਲਾ ਲੈਣ ਗਏ ਸੀਗੇ, ਲੱਡਾ ਦੇ ਵਿੱਚ, ਤੇ ਮਾਰਿਆ ਸੀਗਾ। ਜਨਰਲ ਡਾਇਰ ਤਾਂ ਉਦੋਂ ਤੱਕ ਮਰ ਗਿਆ ਸੀਗਾ, ਇੱਕ ਹੋਰ ਡਾਇਰ ਸੀਗਾ, ਉਹਨੂੰ ਮਾਰਤਾ ਸੀਗਾ, ਠੀਕ ਹੈ। ਚਲੋ ਅਗਲਾ ਹੈ ਟ੍ਰੇਨ ਟੂ ਪਾਕਿਸਤਾਨ ਜਿਹੜੀ ਬੁੱਕ ਹੈ, ਇਹ ਨੋਵਲ ਹੈ, ਠੀਕ ਹੈ। ਨੋਵਲ ਕਿਹਦੇ ਉੱਤੇ ਬੇਸ ਹੈ? ਪਾਰਟੀਸ਼ਨ ਆਫ ਇੰਡੀਆ ਐਂਡ ਪਾਕਿਸਤਾਨ, ਠੀਕ ਹੈ। ਇਹ ਨੋਵਲ ਕਿਹਨੇ ਲਿਖੀ ਹੈ? ਇਹ ਯਾਦ ਕਰ ਲਿਓ, ਇਹ ਲਿਖੀ ਹੈ ਖੁਸ਼ਵੰਤ ਸਿੰਘ ਨੇ ਲਿਖੀ ਹੈ। ਆਥਰ ਆਫ ਪਾਰਟੀਸ਼ਨ ਨੋਵਲ ਟ੍ਰੇਨ ਟੂ ਪਾਕਿਸਤਾਨ ਜਿਹੜੀ ਹੈਗੀ ਨੋਵਲ ਬੇਸ ਕੀਤੇ ਇੰਡੀਆ ਤੇ ਪਾਕਿਸਤਾਨ ਤੇ ਪਾਰਟੀਸ਼ਨ ਦੇ ਉੱਤੇ। ਕਿਹਨੇ ਲਿਖੀ ਹੈ? ਖੁਸ਼ਵੰਤ ਸਿੰਘ ਨੇ, ਠੀਕ ਹੈ। ਇਹਨੂੰ ਆਪਾਂ ਐਂ ਕਰਕੇ ਯਾਦ ਕਰ ਸਕਦੇ ਹਾਂ। ਉਹ ਖੁਸ਼ ਨਹੀਂ ਸੀਗਾ, ਠੀਕ ਹੈ। ਉਹ ਖੁਸ਼ ਨਹੀਂ ਸੀਗਾ, ਕਿਤੋਂ ਖੁਸ਼ ਨਹੀਂ ਸੀਗਾ? ਪਾਕਿਸਤਾਨ ਤੇ ਇੰਡੀਆ ਦੇ ਬਟਵਾਰੇ ਤੋਂ ਖੁਸ਼ ਨਹੀਂ ਸੀਗਾ, ਤਾਂ ਕਰਕੇ ਖੁਸ਼ਵੰਤ ਸਿੰਘ ਨੇ ਕੀ ਲਿਖੀ? ਟ੍ਰੇਨ ਟੂ ਪਾਕਿਸਤਾਨ ਬੁੱਕ ਲਿਖੀ, ਵੀ ਮੈਂ ਵਾਪਸ ਜਾਣਾ ਚਾਹੁੰਦਾ ਪਾਕਿਸਤਾਨ, ਕਿਉਂਕਿ ਮੇਰੀ ਜ਼ਮੀਨ ਉੱਥੇ ਪਾਕਿਸਤਾਨ ਦੇ ਵਿੱਚ ਹੀ ਬਚ ਗਈ, ਠੀਕ ਹੈ। ਜੇ ਤੁਹਾਨੂੰ ਯਾਦ ਹੈ ਤਾਂ ਠੀਕ ਹੈ, ਜੇ ਨਹੀਂ ਯਾਦ ਹੈਗਾ ਮੈਂ ਤਾਂ ਕਰਕੇ ਟ੍ਰਿਕ ਦੱਸੀ ਹੈ। ਜੇ ਤੁਹਾਨੂੰ ਯਾਦ ਹੈ ਤਾਂ ਵੈਲ ਐਂਡ ਗੁੱਡ ਹੈ। ਉਹ ਖੁਸ਼ ਨਹੀਂ ਸੀਗਾ ਤਾਂ ਪਾਕਿਸਤਾਨ ਟ੍ਰੇਨ ਤੋਂ ਵਾਪਸ ਜਾਣਾ ਚਾਹੁੰਦਾ ਸੀ ਪਾਕਿਸਤਾਨ, ਇਹ ਕਰਕੇ ਉਹਨੂੰ ਯਾਦ ਕਰ ਲਾਂਗੇ, ਠੀਕ ਹੈ। ਅਗਲਾ ਕੁਐਸਚਨ ਹੈ ਵਿਚ ਵਿਲੇਜ ਆਫ ਪੰਜਾਬ ਪ੍ਰੋਡਿਊਸ ਮੈਕਸਿਮਮ ਨੰਬਰ ਆਫ ਹਾਕੀ ਓਲੰਪਿਕ ਪਲੇਅਰ। ਸਭ ਤੋਂ ਜ਼ਿਆਦਾ ਹਾਕੀ ਓਲੰਪਿਕ ਪਲੇਅਰ ਕਿਹੜੀ ਵਿਲੇਜ ਪ੍ਰੋਡਿਊਸ ਕਰਦੀ ਹੈ? ਇੰਡੀਆ ਦੀ ਕਿਹੜੀ ਵਿਲੇਜ ਪ੍ਰੋਡਿਊਸ ਕਰਦੀ ਹੈ? ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਇਹ ਹੈਗੇ ਸੰਸਾਰਪੁਰ ਤੋਂ ਯਾਦ ਕਰ ਲਾਂਗੇ, ਠੀਕ ਹੈ। ਇਹਨੂੰ ਆਪਾਂ ਐਂ ਕਰਕੇ ਯਾਦ ਕਰ ਰਹੇ ਹਾਂ, ਜੋ ਭੱਜ ਕੇ ਇਹਨੂੰ ਸਾਸ ਚੜ੍ਹ ਗਈ, ਠੀਕ ਹੈ। ਭੱਜ ਕੇ ਸਾਸ ਚੜ੍ਹ ਗਈ। ਹਾਕੀ ਦਾ ਪਲੇਅਰ ਬਣ ਰਿਹਾ, ਜੇ ਹਾਕੀ ਦਾ ਪਲੇਅਰ ਬਣੂਗਾ ਤਾਂ ਭੱਜੂਗਾ ਤਾਂ ਸਾਸ ਚੜ੍ਹ ਜੂਗੀ ਨਾ, ਤਾਂ ਐਵੇਂ ਕਰਕੇ ਇਹਨੂੰ ਯਾਦ ਕਰਿਆ ਸੰਸਾਰਪੁਰ। ਜੇ ਨਹੀਂ, ਵੈਸੇ ਤੁਹਾਨੂੰ ਯਾਦ ਹੋਣਾ ਚਾਹੀਦਾ, ਜੇ ਨਹੀਂ ਯਾਦ ਹੋ ਰਿਹਾ ਤਾਂ ਟ੍ਰਿਕ ਦੱਸੀਏ, ਠੀਕ ਹੈ। ਐਵੇਂ, ਠੀਕ ਹੈ। ਅਗਲਾ ਸਵਾਮੀ ਦਯਾਨੰਦ ਨੇ ਕੀ ਫਾਊਂਡ ਕੀਤਾ ਸੀਗਾ? ਆਰੀਆ ਸਮਾਜ ਫਾਊਂਡ ਕੀਤੀ ਸੀਗੀ, ਠੀਕ ਹੈ। ਅਤੇ ਪੰਜਾਬ ਦੇ ਵਿੱਚ ਕਦੋਂ ਆਈ ਸੀ ਇਹ ਆਰੀਆ ਸਮਾਜ? ਇਹ ਆਈ ਸੀ 1877 ਦੇ ਵਿੱਚ, ਇਹ ਯਾਦ ਕਰ ਲਿਓ, 1777 ਦੇ ਵਿੱਚ ਆਈ ਸੀਗੀ ਆਰੀਆ ਸਮਾਜ ਪੰਜਾਬ ਦੇ ਵਿੱਚ। ਰਾਵੀ ਅਤੇ ਚਨਾਬ ਦੇ ਵਿੱਚ ਜਿਹੜਾ ਦੁਆਬ ਹੈ, ਦੁਆਬ ਕੀ ਹੁੰਦਾ? ਦੋ ਨਦੀਆਂ ਦੇ ਵਿੱਚ ਜਿਹੜਾ ਹੁੰਦਾ ਨੇ, ਇਹ ਆਪਾਂ ਹਰ ਲੈਕਚਰ 'ਚ ਕਰਦੇ ਹਾਂ, ਹਰ ਲੈਕਚਰ ਇੱਕ ਕੁਐਸਚਨ ਆਉਂਦਾ, ਜਿਹੜਾ ਦੋ ਨਦੀਆਂ ਦੇ ਵਿੱਚ ਜਿਹੜਾ ਏਰੀਆ ਹੁੰਦਾ, ਦੋ ਨਦੀਆਂ ਦੇ ਵਿੱਚ ਜਿਹੜਾ ਏਰੀਆ ਹੁੰਦਾ, ਠੀਕ ਹੈ। ਇੱਥੇ ਮਿੱਟੀ ਆ ਗਈ, ਇਹ ਬਹੁਤ ਜ਼ਿਆਦਾ ਕੀ ਫਰਟਾਈਲ ਹੁੰਦਾ। ਕਿਉਂ ਹੁੰਦਾ? ਕਿਉਂਕਿ ਜਿਹੜੀ ਨਦੀਆਂ ਆਉਂਦੀ ਆਪਦੇ ਨਾਲ ਕੀ ਲੈ ਕੇ ਆਉਂਦੀ? ਮਿੱਟੀ ਲੈ ਕੇ ਆਉਂਦੀ ਹੈ, ਮਿੱਟੀ ਦੇ ਮਿਨਰਲਸ ਲੈ ਕੇ ਆਉਂਦੀ, ਜਿਹੜੇ ਮਿੱਟੀ ਵਾਸਤੇ ਬਹੁਤ ਇੰਪੋਰਟੈਂਟ ਹੁੰਦੇ ਨੇ। ਤਾਂ ਜਿਹੜਾ ਦੋ ਨਦੀਆਂ ਦੇ ਵਿੱਚ ਜਿਹੜਾ ਏਰੀਆ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ? ਦੁਆਬ ਕਹਿੰਦੇ ਹਾਂ, ਠੀਕ ਹੈ। ਤਾਂ ਰਾਵੀ ਦੇ ਚਨਾਬ ਦੇ ਵਿੱਚ ਜਿਹੜਾ ਦੁਆਬ ਹੈ ਉਹਨੂੰ ਆਪਾਂ ਕਿਸ ਨਾਮ ਤੋਂ ਜਾਣਦੇ ਹਾਂ? ਅਰਾਚਨ ਦੁਆਬ ਤੋਂ। ਇਹ ਕਿਵੇਂ ਅਰਾਚਨ ਕਿਵੇਂ ਬਣ ਗਿਆ? RA ਤੋਂ ਰਾਵੀ ਬਣ ਗਿਆ, CH ਤੋਂ ਕੀ ਬਣ ਗਿਆ? ਚਨਾਬ। ਰਚਨਾ ਦੁਆਬ ਕਹਿੰਦੇ ਆਪਾਂ, ਰਾਵੀ ਤੋਂ ਚਨਾਬ ਤੋਂ ਜਿਹੜਾ ਦੁਆਬ ਬਣਦਾ, ਠੀਕ ਹੈ। RA ਤੋਂ ਰਾਵੀ, CHN ਤੋਂ ਚਨਾਬ, ਠੀਕ ਹੈ। ਐਵੇਂ ਬਾਰੀ ਦੁਆਬ ਕਿਹੜਾ? ਇਹ ਹੈਗਾ ਬਾਰੀ ਦੁਆਬ ਕਿਹੜਾ? ਬਿਆਸ ਅਤੇ ਰਾਵੀ ਦੇ ਵਿੱਚ, ਠੀਕ ਹੈ। BA ਬਿਆਸ ਤੋਂ ਲੈ ਲਿਆ, RA ਰਾਵੀ ਤੋਂ ਲੈ ਲਿਆ, ਠੀਕ ਹੈ। ਐਵੇਂ ਚਾਰ ਦੁਆਬ ਕਿਹੜੇ? ਚਨਾਬ ਅਤੇ ਜੇਹਲਮ ਦੇ ਵਿੱਚ, ਠੀਕ ਹੈ। ਚਨਾਬ CHA ਚਨਾਬ ਤੋਂ ਲੈ ਲਿਆ, J ਤੋਂ ਜੇਹਲਮ ਲੈ ਲਿਆ, ਠੀਕ ਹੈ। ਸਮਝ ਗਏ? ਚਲੋ ਜਿਹੜਾ ਅਗਲਾ ਕੁਐਸਚਨ ਹੈਗਾ ਉਹ ਹੈਗਾ ਟਕਸੀਲਾ। ਇਹ ਆਪਾਂ ਕੱਲ੍ਹ ਵਾਲੀ ਕਲਾਸ, ਪਰਸੋਂ ਵਾਲੀ ਕਲਾਸ 'ਚ ਵੀ ਕੀਤਾ ਸੀ ਸ਼ਾਇਦ, ਬਾਕੀ ਇੱਕ ਵਾਰ ਤੁਸੀਂ ਦੇਖ ਲਿਓ, ਠੀਕ ਹੈ। ਟਕਸੀਲਾ ਵਾਜ਼ ਵਨ ਆਫ ਦਾ ਇੰਪੋਰਟੈਂਟ ਸੈਂਟਰ
ਵਨ ਆਫ ਦਾ ਇੰਪੋਰਟੈਂਟ ਸੈਂਟਰ ਆਫ ਲਰਨਿੰਗ ਏਸ਼ੀਅਨ ਇੰਡੀਅਨ ਟਿਲ ਡਿਕਲਾਈਨ। ਬੇਸਿਕਲੀ ਇਹ ਪੁੱਛਿਆ ਜਿਹੜਾ ਟਕਸੀਲਾ ਇੱਕ ਆਪਣਾ ਮਹਾਜਨਪਦ ਸੀਗਾ ਨਾ, ਮਹਾਜਨਪਦ ਤੁਹਾਨੂੰ ਪਤਾ ਹੋਣੇ 16 ਮਹਾਜਨਪਦ ਸੀਗੇ, ਠੀਕ ਹੈ। ਤਕਸੀਲਾ ਵਿੱਚ ਮਹਾਜਨਪਦ ਸੀਗਾ। ਇਹਦਾ ਡਿਕਲਾਈਨ ਕਦੋਂ ਹੋਇਆ ਸੀ? ਇਹਦਾ ਡਿਕਲਾਈਨ ਹੋਇਆ 5th ਸੈਂਚੁਰੀ AD ਦੇ ਵਿੱਚ। 5th ਸੈਂਚੁਰੀ AD 'ਚ ਕੀ ਹੋ ਗਿਆ ਸੀ? ਟਕਸੀਲਾ ਦਾ ਡਿਕਲਾਈਨ ਹੋ ਗਿਆ ਸੀਗਾ। ਇਹਨੂੰ ਕਿਵੇਂ ਯਾਦ ਕਰ ਸਕਦੇ? ਦੇਖੋ ਇਹਦੇ ਅੱਖਰ ਕਿੰਨੇ ਨੇ? 1 2 3 4 5 6 ਅੱਖਰ ਨੇ। ਏ ਪਰ 2 ਵਾਰ ਆ ਰਿਹਾ ਤਾਂ ਇਹਨੂੰ ਇੱਕ ਵਾਰੀ ਗਿਣਾਂਗੇ। ਅੱਖਰ ਕਿੰਨੇ ਨੇ? 5 ਨੇ, ਤਾਂ 5 AD ਐਵੇਂ ਕਰਕੇ ਇਹਨੂੰ ਯਾਦ ਕਰ ਲਾਂਗੇ। 5 AD ਦੇ ਵਿੱਚ ਕੀ ਹੋ ਗਿਆ ਸੀਗਾ? ਟੈਕਸੀਲਾ ਰਾਊਂਡ ਫੋਲ ਹੋ ਗਿਆ ਸੀਗਾ। ਸੀ ਦਾ ਮਤਲਬ ਕਾਮਨ ਐਰਾ, ਜੇ AD ਹੋਗਾ ਉਹ ਵੀ ਠੀਕ ਹੈ। AD ਮਤਲਬ ਅਮੋਨੀਅਮ ਡਾਇਨਮ, ਠੀਕ ਹੈ। ਸੀ ਅਤੇ AD ਇੱਕੋ ਹੀ ਗੱਲ ਹੈ, ਠੀਕ ਹੈ। ਤਾਂ 5th ਸੈਂਚੁਰੀ AD ਦੇ ਵਿੱਚ ਕੀ ਹੋ ਗਿਆ? ਟੈਕਸੀਲਾ ਦਾ ਡਿਕਲਾਈਨ ਹੋ ਗਿਆ ਸੀਗਾ। ਸਮਝ ਗਏ? ਚਲੋ ਬਸ ਇਹ ਲਾਸਟ ਸਲਾਈਡ ਆਪਣੀ ਤੋਂ। ਜਿਹੜਾ ਇੱਕ ਆਪਣਾ ਕੀ ਸੀਗਾ ਮੈਗਸਥੀਨ ਸੀਗਾ ਜਿਹੜਾ, ਉਹ ਕਿੱਥੋਂ ਆਇਆ ਸੀਗਾ? ਉਹ ਮੈਗਸਥੀਨ ਕਿਸ ਕੰਟਰੀ ਤੋਂ ਆਇਆ ਸੀ ਇੰਡੀਆ ਦੇ ਵਿੱਚ? ਮੈਗਸਥੀਨ ਬੇਸਿਕਲੀ ਕਿਸ ਕੰਟਰੀ ਤੋਂ ਸੀਗਾ? ਮੈਗਸਥੀਨ ਸੀਗਾ ਗ੍ਰੀਸ ਤੋਂ ਸੀਗਾ, ਠੀਕ ਹੈ। ਇਹ ਬਹੁਤ ਵੱਡਾ ਇੱਕ ਰਾਈਟਰ ਸੀਗਾ, ਗ੍ਰੀਸ ਤੋਂ ਸੀਗਾ, ਠੀਕ ਹੈ। ਜਿਹਨੇ ਸਮੁੰਦਰ ਮੌਰਿਆ ਦੇ ਬਾਰੇ ਵੀ ਲਿਖਿਆ ਹੋਇਆ, ਸਮੁੰਦਰ ਮੌਰਿਆ ਦੇ, ਅਤੇ ਇਹਨੇ ਬਹੁਤ ਇੰਡੀਆ ਦੇ ਬਾਰੇ ਲਿਖਿਆ ਹੋਇਆ ਮੈਗਸਥੀਨ ਨੇ, ਠੀਕ ਹੈ। ਚਲੋ ਵਾਰਿਸ਼ਾ ਤੁਹਾਨੂੰ ਪਤਾ ਇੱਕ ਪੋਇਟ ਸੀਗੇ ਇੰਡੀਆ ਦੇ, ਠੀਕ ਹੈ। ਇੰਡੀਆ ਦੇ ਪੰਜਾਬ ਦੇ ਪੰਜਾਬ ਸੀਗੇ। ਵਾਰਿਸ਼ਾ ਇੱਕ ਪੰਜਾਬ ਦੇ ਪੋਇਟ ਸੀਗੇ। ਇਹ ਕਿਸ ਸਮੇਂ ਦੇ ਸੀਗੇ? ਕਿਸ ਸਮੇਂ ਦੇ ਪੋਇਟ ਸੀਗੇ? 18th ਸੈਂਚੁਰੀ ਦੇ ਸੀਗੇ, ਠੀਕ ਹੈ। 18ਵੀਂ ਸਦੀ ਦੇ ਵਿੱਚ, 18ਵੀਂ ਸਦੀ ਦੇ ਨੇ ਵਾਰਿਸ਼ਾ ਪੋਇਟ, ਠੀਕ ਹੈ। ਚਲੋ ਵੇਅਰ ਇਜ਼ ਦ ਸ਼ਰੀਨ ਆਫ ਬਾਬਾ ਫਰੀਦ ਲੋਕੇਟਿਡ? ਬਾਬਾ ਫਰੀਦ ਦਾ ਅਸਥਾਨ ਕਿੱਥੇ ਹੈ? ਕਿੱਥੇ ਹੈ ਅਸਥਾਨ? ਪਾਕਾਪਟਨ 'ਚ ਹੈਗਾ ਕਿਹਦਾ? ਆਪਣਾ ਬਾਬਾ ਫਰੀਦ ਜੀ ਦਾ ਸ਼ਰਨ ਔਰ ਬਾਬਾ ਫਰੀਦ ਜੀ ਦੀ ਅਸਥਾਨ, ਠੀਕ ਹੈ। ਫਸਟ ਬੁੱਧਿਸਟ ਕਾਊਂਸਿਲ ਕਿੱਥੇ ਹੋਈ ਸੀਗੀ? ਫਸਟ ਬੁੱਧਿਸਟ ਕਾਊਂਸਿਲ ਕਿੱਥੇ ਹੋਈ ਸੀ? ਕੀਤਾ ਹੋਇਆ ਆਲਰੇਡੀ, ਰਾਜਗ੍ਰਹਿ ਦੇ ਵਿੱਚ ਹੋਈ ਸੀ ਫਸਟ ਬੁੱਧਿਸਟ ਕਾਊਂਸਿਲ। ਇਹਨੂੰ ਪੈਟਰਨਾਈਜ਼ ਕਿਹਨੇ ਕੀਤਾ ਸੀਗਾ? ਅਜਾਤ ਸ਼ਤਰੂ ਨੇ ਕਰਵਾਈ ਸੀਗੀ, ਠੀਕ ਹੈ। ਸਭ ਤੋਂ ਪਹਿਲੀ ਬੁੱਧਿਸਟ ਕਾਊਂਸਿਲ ਕਿਹਨੇ ਕਰਵਾਈ ਸੀ? ਅਜਾਤ ਸ਼ਤਰੂ ਨੇ ਕਰਾਈ ਸੀ, ਠੀਕ ਹੈ। ਕਿਹੜੀ ਡਾਇਨੈਸਟੀ ਤੋਂ ਬਿਲੋਂਗ ਕਰਦੇ ਸੀ ਅਜਾਤ ਸ਼ਤਰੂ? ਹਰਿੰਕਾ ਡਾਇਨੈਸਟੀ ਤੋਂ। ਚਲੋ ਅੱਗੇ ਚੱਲਦੇ ਆਪਾਂ। ਅਤੇ ਲੂਬਨੀ ਕੀ ਸੀਗਾ? ਲੂਬਨੀ ਸੀਗਾ ਜਿੱਥੇ ਬੁੱਧਾ ਜੀ ਦਾ ਕੀ ਹੋਇਆ ਸੀ? ਜਨਮ ਹੋਇਆ ਸੀਗਾ, ਠੀਕ ਹੈ। ਲੂਬਨੀ ਕੀ ਸੀਗਾ? ਜਿੱਥੇ ਬੁੱਧਾ ਜੀ ਦਾ ਜਨਮ ਹੋਇਆ ਸੀ। ਰਾਜਗਿਰੀ ਕੀ ਹੈ? ਜਿੱਥੇ ਪਹਿਲਾ ਕਾਊਂਸਿਲ ਹੋਈ ਸੀਗੀ। ਚਲੋ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਕੀ ਹੈ? ਵਿਚ ਆਫ ਦਾ ਫੋਲੋਇੰਗ ਪਲੇਸ ਗੁਰੂ ਨਾਨਕ ਨੋਟ ਵਿਜ਼ਿਟ ਗੁਰੂ ਨਾਨਕ ਜੀ ਇਹਨਾਂ ਵਿੱਚੋਂ ਕਿਹੜੀ ਜਗ੍ਹਾ ਨਹੀਂ ਗਏ, ਠੀਕ ਹੈ। ਦੇਖੋ ਸਿਲੋਨ ਤਾਂ ਗਏ ਸੀ, ਸ਼੍ਰੀਲੰਕਾ, ਇਹ ਤਾਂ 3 ਵਾਰ ਹੋ ਚੁੱਕਿਆ ਨਾ ਆਪਣਾ ਇਹ ਕੁਐਸਚਨ। ਤਿੱਬਤ ਵੀ ਗਏ ਸੀ, ਤਿੱਬਤ ਕੀ ਹੈ? ਚਾਈਨਾ ਦੇ ਵਿੱਚ। ਭਗਤ ਵੀ ਗਏ ਸੀਗੇ, ਤਾਂ ਕਿੱਥੇ ਨਹੀਂ ਗਏ ਸੀ? ਰੋਮ ਦੇ ਵਿੱਚ ਨਹੀਂ ਗਏ ਸੀ, ਰੋਮ। ਤਾਂ ਇਹਦਾ ਆਨਸਰ ਕੀ ਹੈ? ਰੋਮ ਦੇ ਵਿੱਚ ਨਹੀਂ ਗਏ ਸੀ ਗੁਰੂ ਨਾਨਕ ਦੇਵ ਜੀ। ਚਲੋ ਅਗਲਾ ਕੁਐਸਚਨ ਹੈਗਾ ਦਲ ਖਾਲਸਾ। ਜਿਹੜੀ ਫੌਜ ਹੈ ਇਹ ਕਿਹਨੇ ਫਾਊਂਡ ਕੀਤੀ ਸੀਗੀ? ਦਲ ਖਾਲਸਾ ਜਿਹੜੀ ਹੈਗੀ ਹੈ, ਠੀਕ ਹੈ। ਦਲ ਖਾਲਸਾ ਫੌਜ ਕਿਹਨੇ ਫਾਊਂਡ ਕੀਤੀ ਸੀਗੀ? ਇਹ ਕੀਤੀ ਸੀ ਨਵਾਬ ਕਪੂਰ ਸਿੰਘ ਜੀ ਨੇ। ਨਵਾਬ ਕਪੂਰ ਸਿੰਘ ਨੇ ਕੀਤੀ ਦਲ ਖਾਲਸਾ। ਜਿਹੜਾ ਆਪਣਾ ਖਾਲਸਾ ਪੰਥ ਹੈ ਨਾ, ਇਹ 2 'ਚ ਫਟ ਗਿਆ ਸੀ। ਇਹ ਦਲ ਖਾਲਸਾ ਦੇ ਵਿੱਚ ਅਤੇ ਇੱਕ ਹੋਰ ਖਾਲਸਾ ਦੇ ਵਿੱਚ ਵੰਡ ਗਿਆ ਸੀਗਾ। ਅਤੇ ਜਿਹੜੇ ਦਲ ਖਾਲਸਾ ਸੀਗੇ ਇਹਦੇ ਫਾਊਂਡਰ ਕੌਣ ਸੀ? ਨਵਾਬ ਕਪੂਰ ਸਿੰਘ, ਠੀਕ ਹੈ। ਇਹ ਨਵਾਬ ਸੀਗੇ ਨਾ, ਐਂ ਕਰਕੇ। ਚਲੋ ਦਲ 'ਚੋਂ ਯਾਦ ਹੀ ਕਰ ਲਿਓ, ਠੀਕ ਹੈ। ਮੈਂ ਟ੍ਰਿਕ ਨਹੀਂ ਦੱਸ ਰਿਹਾ, ਬਸ ਤੁਸੀਂ ਇਹਨੂੰ ਯਾਦ ਕਰ ਲਿਓ। ਨਵਾਬ ਕਪੂਰ ਸਿੰਘ ਕਿਹਦੇ ਫਾਊਂਡਰ ਸੀ? ਦਲ ਖਾਲਸਾ ਦੇ, ਠੀਕ ਹੈ। ਅਗਲਾ ਬੈਟਲ ਆਫ ਮੁਡਕੀ ਵਾਸ ਫਾਊਟ ਬਿਟਵੀਨ ਫੋਰਸਿਸ ਆਫ। ਮੈਟਲ ਆਫ ਮੁਡਕੀ ਸੀਗਾ, ਇਹ ਕਿੰਨਾਂ ਵਿੱਚ ਲੜੀ ਗਈ ਸੀਗੀ? ਇਹ ਲੜੀ ਗਈ ਸੀ ਈਸਟ ਇੰਡੀਆ ਕੰਪਨੀ ਦੇ ਸਿੱਖ ਦੇ ਵਿੱਚ, ਠੀਕ ਹੈ। ਇਹ ਆਪਾਂ ਕੀਤਾ ਹੋਇਆ ਆਲਰੇਡੀ ਕੁਐਸਚਨ। ਸਿੱਖ ਅਤੇ ਈਸਟ ਇੰਡੀਆ ਕੰਪਨੀ ਦੇ ਵਿੱਚ ਲੜੀ ਗਈ ਸੀ ਬੈਟਲ ਆਫ ਮੁਡਕੀ। ਅਗਰ ਨਹੀਂ ਕੀਤਾ ਤਾਂ ਇਹਨੂੰ ਯਾਦ ਕਰ ਲਿਓ। ਬੈਟਲ ਆਫ ਮੁਡਕੀ ਇਹਦੇ ਵਿੱਚ ਲੜੀ ਗਈ ਸੀ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਦੇ ਵਿੱਚ ਲੜੀ ਗਈ ਸੀ ਮੁਡਕੀ ਦੀ ਲੜਾਈ। ਟ੍ਰੀਟੀ ਆਫ ਅੰਮ੍ਰਿਤਸਰ ਕਿਹਦੇ ਵਿੱਚ ਸਾਈਨ ਹੋਈ ਸੀ? ਟ੍ਰੀਟੀ ਆਫ ਅੰਮ੍ਰਿਤਸਰ ਸਾਈਨ ਹੋਈ ਸੀ ਈਸਟ ਇੰਡੀਆ ਕੰਪਨੀ ਦੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ, ਠੀਕ ਹੈ। ਇਹ ਕਦੋਂ ਸਾਈਨ ਹੋਈ ਸੀ? 1809 ਦੇ ਵਿੱਚ। ਇਹਨੂੰ ਕਿਵੇਂ ਯਾਦ ਕੀਤਾ ਸੀਗਾ? ਆਹ ਸਤਲੁਜ ਨਦੀ ਹੈ, ਸਤਲੁਜ ਨਦੀ 'ਤੇ ਹੋਈ ਸੀ ਨਾ ਵੀ। ਸਤਲੁਜ ਨਦੀ ਤੋਂ ਇਸ ਸਾਈਡ ਜਿਹੜਾ ਹੈਗਾ ਵੈਸਟ ਸਾਈਡ, ਇੱਧਰ ਤੁਸੀਂ ਅੱਗੇ ਤੱਕ ਕਿੱਥੇ ਮਰਜ਼ੀ ਜਾ ਸਕਦੇ ਮਹਾਰਾਜਾ ਰਣਜੀਤ ਸਿੰਘ। ਅੰਗਰੇਜ਼ਾਂ ਨੇ ਕਿਹਾ ਸੀ ਅਸੀਂ ਸਤਲੁਜ ਨਦੀ ਤੋਂ ਇੱਧਰ ਨਹੀਂ ਆਉਂਦੇ ਅਤੇ ਤੁਸੀਂ ਸਿੱਖ ਅੰਪਾਇਰ ਇੱਧਰ ਨਾ ਆਇਓ, ਠੀਕ ਹੈ। ਸਤਲੁਜ ਨਦੀ ਤੋਂ ਈਸਟ ਸਾਈਡ ਨਾ, ਅਸੀਂ ਵੈਸਟ ਸਾਈਡ ਨਹੀਂ ਆਉਂਦੇ, ਠੀਕ ਹੈ। ਇਹ ਅੰਗਰੇਜ਼ਾਂ ਨੇ ਕਿਹਾ ਸੀ, ਈਸਟ ਇੰਡੀਆ ਕੰਪਨੀ ਨੇ, ਠੀਕ ਹੈ। ਇਹਨੂੰ ਕਿਵੇਂ ਕਰਕੇ ਯਾਦ ਕੀਤਾ ਸੀ? ਇਹਨੂੰ ਆਪਾਂ ਯਾਦ ਕੀਤਾ ਸੀ 9 ਤੋਂ। ਈਸਟ ਇੰਡੀਆ ਕੰਪਨੀ ਨੇ 9 ਕਹਿਤਾ ਸੀਗਾ ਵੀ ਅਸੀਂ ਨਹੀਂ ਆਉਂਦੇ ਇਸ ਸਾਈਡ, ਠੀਕ ਹੈ। ਐਵੇਂ ਕਰਕੇ ਇਹਨੂੰ ਆਪਾਂ ਯਾਦ ਕੀਤਾ 1709 ਦੇ ਵਿੱਚ, ਠੀਕ ਹੈ। ਚਲੋ ਹੁਣ ਲਾਸਟ ਕੁਐਸਚਨ ਹੈਗਾ ਜਿਹੜਾ ਅੱਜ ਦਾ, ਉਹ ਹੈਗਾ ਵਿਚ ਸਿੱਖ ਗੁਰੂ ਕ੍ਰੈਡਿਟਡ ਵਿਦ ਸਟੈਂਡਰਡਾਈਜ਼ਿੰਗ ਦਾ ਕਾਮਨਲੀ ਯੂਜ਼ ਸਕ੍ਰਿਪਟ ਇਨ ਪੰਜਾਬੀ ਇਨਟੂ ਗੁਰਮੁਖੀ ਸਕ੍ਰਿਪਟ, ਠੀਕ ਹੈ। ਬੇਸਿਕਲੀ ਕਿਹੜੇ ਸਿੱਖ ਗੁਰੂ ਨੂੰ ਸਟੈਂਡਰਡਾਈਜ਼ ਕਾਮਨਲੀ ਯੂਜ਼ ਸਕ੍ਰਿਪਟ ਪੰਜਾਬੀ ਦੇ ਵਿੱਚ ਕਿਹੜੀ ਕਾਮਨਲੀ ਯੂਜ਼ ਸਕ੍ਰਿਪਟ ਹੁੰਦੀ ਹੈ? ਗੁਰਮੁਖੀ ਸਕ੍ਰਿਪਟ, ਠੀਕ ਹੈ। ਇਹਨੂੰ ਸਟੈਂਡਰਡਾਈਜ਼ ਕਿਹਨੇ ਕੀਤਾ ਸੀ? ਕਿਹੜੇ ਗੁਰੂ ਜੀ ਨੇ ਕੀਤਾ ਸੀਗਾ? ਇਹ ਆਪਾਂ ਕੀਤਾ ਹੋਇਆ 2-3 ਵਾਰੀ, ਗੁਰੂ ਅੰਗਦ ਦੇਵ ਜੀ ਨੇ,
ਠੀਕ ਹੈ। ਗੁਰੂ ਅੰਗਦ ਦੇਵ ਜੀ ਨੇ ਇਹਨੂੰ ਸਟੈਂਡਰਡਾਈਜ਼ ਕੀਤਾ ਸੀਗਾ ਕਿ ਇਹਨੂੰ ਗੁਰਮੁਖੀ ਸਕ੍ਰਿਪਟ ਨੂੰ, ਗੁਰੂ ਅੰਗਦ ਦੇਵ ਜੀ ਨੇ। ਠੀਕ ਹੈ, ਚਲੋ ਅੱਜ ਦੇ ਲੈਕਚਰ ਵਿੱਚ ਇੰਨੇ ਜੀ 57 ਕੁਐਸਚਨ ਸੀਗੇ। ਠੀਕ ਹੈ, ਆਪਾਂ ਰੋਜ਼ 50 ਤੋਂ ਲੈ ਕੇ 60 ਕੁਐਸਚਨ ਕਰ ਰਹੇ ਹਾਂ, 60 ਤੋਂ ਅਬਵ ਵੀ ਲੱਗ ਜਾਂਦੇ ਹਾਂ। ਠੀਕ ਹੈ, ਅਤੇ ਅੱਜ ਦੇ ਲੈਕਚਰ ਵਿੱਚ ਇੰਨੇ 57 ਕੁਐਸਚਨ ਸੀਗੇ, ਅਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਨੋਟਸ ਬਣਾ ਲਿਓ ਇਹਨਾਂ ਦੇ, ਅਤੇ ਸਾਰੇ ਕੁਐਸਚਨ ਇੰਪੋਰਟੈਂਟ ਸੀਗੇ, ਇਹਨਾਂ ਨੂੰ ਸਾਰਿਆਂ ਨੂੰ ਯਾਦ ਕਰ ਲਿਓ। ਠੀਕ ਹੈ, ਅਤੇ ਜਿਹੜੇ ਦੋ ਜਾਂ ਤਿੰਨ ਕੁਐਸਚਨ ਜਿਹੜੇ ਮੈਂ ਅੱਜ ਇਹਦੇ ਵਿੱਚ ਪੁੱਛੇ ਲੈਕਚਰ ਵਿੱਚ, ਉਹਨਾਂ ਹੀ ਕਮੈਂਟ ਕਰਕੇ ਆਨਸਰ ਕਰਨਾ ਨਾ ਭੁੱਲਿਓ। ਠੀਕ ਹੈ, ਚਲੋ ਅੱਜ ਦੀ ਕਲਾਸ ਵਿੱਚ ਇੰਨਾ ਹੀ ਸੀਗਾ, ਇੰਨਾ ਹੀ ਰੱਖਦੇ ਅੱਜ ਕਲਾਸ ਵਿੱਚ। ਆਈ ਹੋਪ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ। ਅਗਰ ਤੁਹਾਨੂੰ ਲੈਕਚਰ ਵਧੀਆ ਲੱਗਿਆ, ਇਹਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਲੈਕਚਰ ਕਿਵੇਂ ਲੱਗਿਆ। ਠੀਕ ਹੈ, ਫਿਰ ਮਿਲਦੇ ਹਾਂ ਕੱਲ੍ਹ ਇਸੀ ਟਾਈਮ। ਓਕੇ, ਗੁੱਡ ਲੱਕ, ਬੈਸਟ ਆਫ ਲੱਕ ਤੁਹਾਡੇ ਆਉਣ ਵਾਲੇ ਪੇਪਰਾਂ ਵਾਸਤੇ। ਚਲੋ ਠੀਕ ਹੈ ਫਿਰ।